ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਦੇਵ ਏਕ ਮਹਾਦੇਵ, ਨਦੀ ਦੇਵ ਨਦੀ ਸੇਵ। ਗਿਰ ਗੋਹਾ ਧਾਮ ਏਵ ਚੀਰ ਦਿਸਾ ਚਾਰ ਹੈ। ਇਹ ਕਾਲ ਮਿੱਤਰ ਨਿਕੋ ਬ੍ਰਤ ਨਿਰਦੀਨਤਾ ਕੋ। ਸੰਗ ਬੁੱਧ ਜੁਗਤੀ ਕੋ ਪ੍ਰਿਆ ਬਟ ਡਾਰ ਹੈ। ਦੇਵ ਏਕ ਮਹਾਦੇਵ, ਨਦੀ ਦੇਵ ਨਦੀ ਸੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 6ਵੇਂ ਅਧਿਆਏ ਦਾ ਜਿਹੜਾ ਹੈ ਉਹ 24ਵਾਂ ਛੰਦ ਪੜ੍ਹਨਾ ਕਰਾਂਗੇ। 25ਵਾਂ 24 ਛੰਦ ਹੋ ਚੁੱਕੇ ਆ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ 5ਵੇਂ ਛੰਦ ਦੀ ਵਿਚਾਰ ਆਪਾਂ ਜਿਹੜੀ ਆ ਉਹ ਕਰ ਲੱਗੇ ਆ ਜੀ। ਸੋ ਸੰਤਾਂ ਮਹੰਤਾਂ ਦੀ ਮਹਿਮਾ ਦਾ ਇਹ ਅਧਿਆਏ ਹੈ। ਹੁਣ ਇਸ ਕਬਿਤ ਵਿੱਚ ਸੰਤਾਂ ਦੀ ਹੋਰ ਮਹਿਮਾ ਕਰਦੇ ਹੋਏ ਲਿਖ ਰਹੇ ਆ। ਦੇਵ ਏਕ ਮਹਾਦੇਵ, ਨਦੀ ਦੇਵ ਨਦੀ ਸੇਵ। ਕਹਿੰਦੇ ਦੇਵ ਦੇਵਤਿਆਂ ਵਿੱਚੋਂ ਤੇ ਇੱਕੋ ਹੀ ਇੱਕ ਮਹਾਦੇਵ ਭਾਵ ਸ਼ਿਵ ਜੀ ਮਹਾਨ ਹੈ। ਜੋ ਦੇਵਤਿਆਂ ਵਿੱਚ ਇੱਕ ਮਹਾਦੇਵ ਤੇ ਨਦੀ ਦੇਵ ਨਦੀ ਸੇਵ। ਤੇ ਨਦੀ ਦੇਵ ਨਦੀ, ਨਦੀਆਂ ਵਿੱਚੋਂ ਦੇਵ ਨਦੀ ਸੇਵ। ਗੰਗਾ ਦਾ ਸੇਵਨ ਕਰਨਾ, ਇਸ਼ਨਾਨ ਕਰਨਾ ਮਹਾਨ ਹੈ। ਜਾਂ ਇੱਦਾਂ ਵੀ ਜੋ ਦੇਵਤਿਆਂ ਵਿੱਚ ਇੱਕ ਮਹਾਦੇਵ ਅਤੇ ਨਦੀਆਂ ਵਿੱਚੋਂ ਜੋ ਦੇਵ ਨਦੀ ਗੰਗਾ ਦਾ ਸੇਵਨ ਕਰਦੇ ਆ। ਗੇਰ ਗੋਹਾ ਧਾਮ ਏਵ ਚੀਰ ਦਿਸ਼ਾ ਚਾਰ ਹੈ। ਫਿਰ ਜਿਨ੍ਹਾਂ ਨੇ ਗੇਰ ਪਹਾੜ ਦੀਆਂ ਗੋਹਾ ਕੇ ਗੁਫਾ ਕੰਦਰਾਂ, ਇਹੀ ਜਿਨ੍ਹਾਂ ਨੇ ਧਾਮ ਕਹੀਏ ਘਰ ਬਣਾਏ ਹੋਏ ਆ। ਏਵ ਚੀਰ ਦਿਸ਼ਾ ਚਾਰ ਹੈ ਤੇ ਇਹ ਕਹੀਏ ਇਸ ਤਰ੍ਹਾਂ ਹੀ ਚੀਰ ਜਿਹੜੇ ਕੱਪੜੇ ਆ ਉਹ ਦਿਸ਼ਾ ਜਿਹੜੀ ਚਾਰ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ, ਇਹੀ ਕੱਪੜੇ ਮਾਨੋ ਉਹਨਾਂ ਨੇ ਪਹਿਨੇ ਹੋਏ ਆ। ਭਾਵ ਨੰਗ ਬਨੰਗ ਭਾਵ ਨੰਗੇ ਹੈ। ਅਤੇ ਇਸੇ ਤਰ੍ਹਾਂ ਚਾਰੇ ਦਿਸ਼ਾ ਜਿਨ੍ਹਾਂ ਨੇ ਕੱਪੜੇ ਪਹਿਨੇ ਹੋਏ ਆ। ਸੰਤਾਂ ਦੀ ਮਹਿਮਾ ਕਰ ਰਹੇ ਨਾ। ਦੇਵਤਿਆਂ ਵਿੱਚੋਂ ਇੱਕ ਮਹਾਦੇਵ, ਜੋ ਦੇਵਤਿਆਂ ਵਿੱਚੋਂ ਇੱਕ ਮਹਾਦੇਵ ਆ ਸ਼ਿਵ ਜੀ, ਅਤੇ ਨਦੀ ਦੇਵ ਨਦੀ ਸੇਵ, ਜੋ ਨਦੀਆਂ ਵਿੱਚੋਂ ਦੇਵ ਨਦੀ ਦਾ ਸੇਵਨ ਕਰਦੇ ਭਾਵ ਉਹਦੇ ਵਿੱਚ ਇਸ਼ਨਾਨ ਕਰਦੇ ਆ, ਉੱਥੇ ਹੀ ਬੈਠ ਕੇ ਤਪੱਸਿਆ ਕਰਦੇ ਆ। ਅਤੇ ਗਿਰ ਗੋਹਾ ਧਾਮ ਏਵ, ਅਤੇ ਇਹ ਵੀ ਇਸੇ ਤਰ੍ਹਾਂ ਜੋ ਪਹਾੜ ਦੀਆਂ ਗੁਫਾ ਉਹਦਾ ਉਹਨਾਂ ਨੇ ਧਾਮ ਘਰ ਬਣਾਇਆ ਹੋਇਆ। ਚੀਰ ਦਿਸ਼ਾ ਚਾਰ ਹੈ ਅਤੇ ਕੱਪੜੇ ਕੀ ਆ ਚਾਰੇ ਦਿਸ਼ਾ ਬਣਾਈਆਂ ਹੋਈਆਂ, ਇਹ ਕੱਪੜੇ ਪਹਿਨੇ ਹੋਏ ਹੈ। ਏਕ ਕਾਲ ਮਿੱਤਰ ਨਿਕੋ, ਜਿਨ੍ਹਾਂ ਨੇ ਇੱਕ ਸਮੇਂ ਨੂੰ ਹੀ ਆਪਣਾ ਚੰਗਾ ਮਿੱਤਰ ਬਣਾਇਆ ਹੋਇਆ ਹੈ। ਠੀਕ ਹੈ ਜੀ। ਏਕ ਕਾਲ ਪਾਠ ਵੀ ਹੈ, ਉੱਥੇ ਆਇਣ ਅਰਥ ਵੀ ਜਿਨ੍ਹਾਂ ਨੇ ਇੱਕ ਕਾਲ ਸਮੇਂ ਨੂੰ ਮਿੱਤਰ ਇੱਕੋ ਚੰਗਾ ਬਣਾਇਆ ਹੋਇਆ। ਅਤੇ ਇੱਥੇ ਇਹ ਕਾਲ ਮਿੱਤਰ ਨਿਕੋ ਪਾਠ ਵੀ ਹੈ, ਇਹ ਪਾਠ ਵੀ ਹੈ। ਇਹ ਪਾਠ ਦੂਜਾ ਰੱਖ ਲਓ ਵੀ ਜਿਨ੍ਹਾਂ ਨੇ ਆ ਉੱਪਰ ਜੋ ਦੱਸਿਆ ਨਾ ਵੀ ਨਿਸ਼ਚੇ ਕਰਕੇ ਜਿਨ੍ਹਾਂ ਪਰਬਤਾਂ ਦੀਆਂ ਜਿਹੜੇ ਕੰਦਰਾਂ ਗੁਫਾ ਉਹਨਾਂ ਨੂੰ ਘਰ ਬਣਾਇਆ ਅਤੇ ਚਾਰੋਂ ਦਿਸ਼ਾ ਜਿਹੜੇ ਉਹਨਾਂ ਦੇ ਵਸਤਰ ਹੈ। ਇਹ ਕਾਲ, ਇਹ ਜਿਹੜਾ ਸਮਾਂ ਐਸਾ ਜੋ ਸਮਾਂ ਬੀਤਣਾ ਹੈ, ਇਹੀ ਮਿੱਤਰ ਹੈ। ਉਹਨਾਂ ਇਹਨੂੰ ਚੰਗਾ ਮਿੱਤਰ ਬਣਾਇਆ ਹੋਇਆ। ਬ੍ਰਤ ਨਿਰਦੀਨਤਾ ਕੋ, ਜੋ ਕਿਸੇ ਦੇ ਦੀਨ ਨਹੀਂ ਹੋਣਾ, ਕਿਸੇ ਦੇ ਅੰਝ ਹੀ ਨਹੀਂ ਹੁੰਦੇ, ਕਿਸੇ ਅੱਗੇ ਲੇਰੜੀਆਂ ਨਹੀਂ ਕੱਢਦੇ ਆਪਣੇ ਸਰੀਰ ਦੀ ਰੱਖਿਆ ਵਾਸਤੇ। ਪਿੱਛੇ ਵੀ ਆਇਆ ਭਾਵ ਜੋ ਦੀਨਤਾ ਤੋਂ ਰਹਿਤ ਆ, ਕਿਸੇ ਦੇ ਜੋ ਦੀਨ ਨਹੀਂ ਹੁੰਦੇ, ਅਧੀਨ ਨਹੀਂ ਹੁੰਦੇ, ਇਹੀ ਮਾਨੋ ਉਹਨਾਂ ਦਾ ਬ੍ਰਤ ਕੋਈ ਬ੍ਰਤ ਹੈ। ਇਹ ਬ੍ਰਤ ਉਹਨਾਂ ਰੱਖਿਆ ਹੋਇਆ ਹੈ। ਇਹ ਸੰਤਾਂ ਦਾ ਵਰਤ ਆ। ਅਤੇ ਸੰਗ ਬੁੱਧ ਯੁਵਤੀ ਕੋ ਪ੍ਰਿਆ ਬਟ ਡਾਰ ਹੈ। ਸੰਗ ਬੁੱਧ ਯੁਵਤੀ ਕੋ, ਬੁੱਧ ਜਿਹੜੀ ਆ ਭਾਵ ਆਤਮ ਸਿਆਣੀ ਬੁੱਧੀ, ਆਤਮ ਸਿਆਣੀ ਬੁੱਧੀ ਰੂਪ ਯੁਵਤੀ ਦੇ ਇਸਤਰੀ ਦਾ ਹੀ ਉਹਨਾਂ ਨੇ, ਇਸਤਰੀ ਦਾ ਸਦਾ ਉਹ ਸੰਗ ਧਾਰਨ ਕਰਦੇ। ਸੰਗ ਜਿਹੜਾ ਸੰਗ ਕੀਤਾ ਵਾ ਬੁੱਧੀ ਰੂਪ ਯੁਵਤੀ ਦੇ ਨਾਲ, ਉਹਦਾ ਅਰਥ ਦਾ ਯੁਵਤੀ ਦਾ ਹੀ ਉਹਨਾਂ ਸੰਗ ਜਿਹੜਾ ਬੁੱਧੀ ਰੂਪ ਯੁਵਤੀ ਦੇ ਸੰਗ ਉਹਨਾਂ ਪਿਆਰਾ ਮੰਨਿਆ ਹੋਇਆ ਹੈ। ਪ੍ਰਿਆ ਬਟ ਡਾਰ ਹੈ।
ਅਤੇ ਵੀ ਜੋ ਬਾਟਲਾਂ ਬੋਰਡ ਤੋਂ ਆਦਿਕ ਜਿਹੜੇ ਬ੍ਰਿਸ਼ ਆ ਜਿੱਥੇ ਬਹਿ ਕੇ ਤਪੱਸਿਆ ਕਰਦੇ ਆ, ਜਾਂ ਬ੍ਰਿਸ਼ਾਂ ਦੀ ਜੋ ਡਾਲਾਂ ਆ, ਸਾਖੀਆਂ ਆ, ਟਾਹਣੀਆਂ, ਉਹ ਉਹਨਾਂ ਦੇ ਨਾਲ ਪ੍ਰੇਮ ਕਰਦੇ। ਪ੍ਰਿਆ ਭਾਵ ਜਿਹਨਾਂ ਨੂੰ ਪ੍ਰਿਆ ਬਟ ਡਾਰ ਹੈ, ਜਿਨ੍ਹਾਂ ਨੂੰ ਪਿਆਰੀਆਂ ਵਾ ਬੋਰਡ ਦੀਆਂ ਡਾਰਾਂ, ਸਾਖਾਂ, ਡਾਲਾਂ। ਸੋਤਾ ਨਿਰਵੈਰਤਾ ਕੁਮਾਰ ਬ੍ਰਹਮ ਕੋ ਵਿਚਾਰ। ਸੋਤਾ ਨਿਰਵੈਰਤਾ ਕੁਮਾਰ ਬ੍ਰਹਮ ਕੋ ਵਿਚਾਰ। ਔਰ ਇੱਥੇ ਵਿਸ਼ਰਾਮ ਲਾ ਕੇ ਜਾਣਾ। ਸੋਤਾ ਨਾਮ ਹੁੰਦਾ ਲੜਕੀ ਦਾ। ਜਿਹੜੇ ਬ੍ਰਿਸ਼ਾਂ ਦੇ ਟਾਹਣੇ ਨਾਲ ਪਿਆਰ ਕਰਦੇ ਆ ਅਤੇ ਆਪਣੇ ਪਿਆਰੇ ਜਾਣਦੇ ਆ ਬ੍ਰਿਸ਼ਾਂ ਦੇ ਟਾਹਣਿਆਂ ਨੂੰ, ਭਾਵ ਬ੍ਰਿਸ਼ਾਂ ਨੂੰ ਜਿੱਥੇ ਤਪੱਸਿਆ ਕਰਦੇ ਆ, ਜਿਸ ਦੇ ਥੱਲੇ ਬੈਠਦੇ ਆ ਅਤੇ ਉਸ ਟਾਹਣ ਨੂੰ ਵੀ ਆਪਣਾ ਸੁਖਦਾਈ ਮੰਨ ਕੇ ਹੇਤੂ ਜਾਣਦੇ ਆ ਕਿ ਸਾਡਾ ਪਿਆਰਾ ਇਹ। ਫਿਰ ਕਹਿੰਦੇ ਆ ਸੋਤਾ ਨਿਰਵੈਰਤਾ, ਮਨ ਵਿੱਚ ਜੋ ਨਿਰਵੈਰਤਾ ਭਾਵ ਵੈਰ ਭਾਵ ਨਹੀਂ, ਵੈਰ ਤੋਂ ਰਹਿਤ ਹੈ, ਜਿਹੜੀ ਮਨ ਵਿੱਚ ਉਹਨਾਂ ਨੇ ਨਿਰਵੈਰਤਾ ਧਾਰਨ ਕੀਤੀ ਹੈ, ਇਹ ਤਾਂ ਮਾਨੋ ਸੋਤਾ ਕੇ ਪੁੱਤਰ ਹੀ ਹੈ, ਨਿਰਵੈਰਤਾ ਪੁੱਤਰ ਹੀ ਹੈ। ਅਤੇ ਕੁਮਾਰ ਕੀ ਆ? ਕੁਮਾਰ ਬ੍ਰਹਮ ਕੋ ਵਿਚਾਰ। ਔਰ ਕੀ ਅਤੇ ਜੋ ਬ੍ਰਹਮ ਵਿਚਾਰ ਹੈ, ਬ੍ਰਹਮ ਦੀ ਵਿਚਾਰ ਕਰਦੇ ਹਾਂ, ਜਾਂ ਪਰਮਾਤਮਾ ਦੀ ਵਿਚਾਰ ਕੀ ਕਰਨੀ ਆ, ਭਾਵ ਜੋ ਬ੍ਰਹਮ ਦੇ ਵਿਸ਼ੇ ਵਿੱਚ ਇਸ ਬੁੱਧੀ ਨੂੰ ਲਾਉਂਦੇ, ਇਹਦਾ ਵਿਚਾਰ ਕਰਦੇ, ਬ੍ਰਹਮ ਪਰਮੇਸ਼ਰ ਦਾ ਉਸ ਨੂੰ ਪ੍ਰਾਪਤ ਕਰ ਲਈ, ਇਹ ਕੁਮਾਰ ਕੇ ਪੁੱਤਰ ਹੈ। ਕਹਾਂ ਭਾਨੋ ਜਾ ਕੋਈ ਬਨੋ ਜਾਂ ਆਚਾਰ ਹੈ। ਕਹਾ ਭਾਨੋ ਜਾਂ ਕੋ ਬਨੋ ਜਾਂ ਆਚਾਰ ਹੈ। ਕਹਿੰਦੇ ਆ ਵੀ ਜਿਨ੍ਹਾਂ ਦਾ ਬ੍ਰਹਮ ਵਿਚਾਰ ਰੂਪੀ ਪੁੱਤਰ ਹੈ, ਜੈਸੇ ਹੁਣ ਪੁੱਤਰ ਦਾ ਧਰਮ ਹੈ ਕਿ ਪਿਤਾ ਨੂੰ ਨਰਕ ਦੇ ਦੁੱਖ ਤੋਂ ਰੱਖਣਾ, ਉਸੇ ਤਰ੍ਹਾਂ ਬ੍ਰਹਮ ਵਿਚਾਰ ਜਿਹੜਾ ਬ੍ਰਹਮ ਵਿਚਾਰ ਕਰਦਾ, ਉਹ ਜਿਹੜਾ ਅਨਰਥ ਰੂਪ ਸੰਸਾਰ ਹੈ ਨਾ, ਇਹ ਦੁੱਖ ਰੂਪ, ਇਹ ਤੋਂ ਰੱਖਿਆ ਕਰਦੀ ਬ੍ਰਹਮ ਵਿਚਾਰ। ਠੀਕ ਹੈ, ਲੋਕ ਜਾਣੇ ਹੈ ਗੀਤਾ ਇਹ ਤੋਂ ਬ੍ਰਹਮ ਵਿਚਾਰ, ਪਰਮੇਸ਼ਰ ਦੀ ਜਿਹੜੀ ਪਰਮਾਤਮਾ ਸੰਬੰਧ ਵਿੱਚ ਵਿਚਾਰ ਕਰਨੀ ਬ੍ਰਹਮ ਵਿਚਾਰ ਹੁੰਦੀ ਹੈ। ਭਰਤਰੀ ਜੀ ਕਹਿੰਦੇ ਆ ਹੋਰ ਕੀ ਕਥਨ ਕਰਾਂ, ਲਿਖਿਆ ਨਾ ਕਹਾਂ ਭਨੋ, ਕੀ ਕਹਾਂ, ਕੀ ਕਥਨ ਕਰਾਂ। ਜਾ ਕਾ ਭਾਵ ਜਿਨ੍ਹਾਂ ਦਾ, ਉਹਨਾਂ ਸੰਤਾਂ ਦਾ, ਵੀ ਉਹਨਾਂ ਸੰਤਾਂ ਦਾ ਜਿਨ੍ਹਾਂ ਦਾ ਐਸਾ ਹੀ ਕਰਤੱਵ ਬਣ ਰਿਹਾ ਹੈ। ਕਹਾਂ ਭਨੋ ਕੀ ਕਹਾਂ, ਜਾ ਕੋ ਵੀ ਜਿਨ੍ਹਾਂ ਦਾ ਸੰਤਾਂ ਦਾ ਬਨੋ ਜਾਂ ਆਚਾਰ, ਜਿਨ੍ਹਾਂ ਦਾ ਇਸ ਤਰ੍ਹਾਂ ਦਾ ਆਚਾਰ ਕਰਤੱਵ ਸ੍ਰੇਸ਼ਟ ਆਚਰਣ ਬਣਿਆ ਹੋਇਆ, ਐਸੇ ਸਦਾਚਾਰ ਪਰ ਵਾਰ ਕਰ ਜੋ ਨਰ, ਐਸੇ ਜੋ ਉਪਰੋਕਤ ਦੱਸਿਆ ਹੋਇਆ, ਇਹ ਸ੍ਰੇਸ਼ਟ ਪਰਿਵਾਰ ਆ। ਠੀਕ ਹੈ ਜੀ, ਸਦਾਚਾਰ ਭਾਵ ਸਦਾ ਹੀ ਆਚਰਣ ਵਾਲਾ ਜਿਹੜਾ ਪਰਿਵਾਰ ਆ, ਐਸੇ ਜਿਹੜਾ ਉੱਪਰ ਗਿਆ ਸ੍ਰੇਸ਼ਟ ਪਰਿਵਾਰ ਕਰਕੇ, ਜੋ ਸਰਬ ਦਾ ਸਮੇਂ ਜੋ ਨਾਰ ਸਦਾ ਹੀ, ਵੇਖੋ ਸਦਾ ਪਰਵਾਰਿਓ, ਸਦਾ ਤਾਹੇ ਕੋ ਜੋਹਾਰ ਹੈ। ਪਰਿਵਾਰ ਨਾਮ ਦਾ ਘਿਰਿਆ ਹੋਇਆ। ਠੀਕ ਹੈ ਜੀ, ਪਰਿਵਾਰਿਓ ਨਾਮ ਦਾ ਘਿਰੇ ਹੋਏ ਦਾ, ਵੀ ਐਸੇ ਸਦਾ ਜੋ ਪਰਿਵਾਰਿਓ ਘਿਰਿਆ ਰਹਿੰਦਾ ਹੈ, ਐਸੇ ਪਰਿਵਾਰ ਨਾਲ ਸਦਾ ਤਾਹੇ ਕੋ ਜੋਹਾਰ ਹੈ, ਤਾਹੇ ਕੋ ਕਹੀਏ ਉਸ ਨੂੰ ਜੋਹਾਰ ਕਹੀਏ, ਨਮਸਕਾਰ ਹੈ। ਐਸੇ ਸਦਾਚਾਰ, ਐਸੇ ਇਸ ਤਰ੍ਹਾਂ ਦਾ ਜਿਹੜਾ ਸ੍ਰੇਸ਼ਟ ਆਚਰਣ ਆ, ਕਰਤੱਵ ਆ, ਇਸ ਤਰ੍ਹਾਂ ਦਾ ਜਿਹੜਾ ਸ੍ਰੇਸ਼ਟ ਆਚਾਰ ਆ, ਐਸੇ ਸ੍ਰੇਸ਼ਟ ਆਚਾਰ ਰੂਪੀ ਪਰਿਵਾਰ ਕਰਕੇ ਜੋ ਨਰ ਜੋ ਪੁਰਸ਼ ਸਦਾ ਹਮੇਸ਼ਾ ਪਰਿਵਾਰ ਕੇ ਘਿਰਿਆ ਹੋਇਆ ਹੈ, ਸਦਾ ਤਾਹੇ ਕੋ ਜੋਹਾਰ ਹੈ, ਉਸ ਨੂੰ ਹੀ ਸਦਾ ਹੀ ਨਮਸਕਾਰ ਹੈ। ਠੀਕ ਹੈ ਜੀ। ਕਬਿਤ ਭਿਖਿਆ ਹਰਿਓ ਅਨ ਸਰਬ ਗੁਣੋਂ ਕੇ ਸਪਨ,
ਭਿੱਖਿਆ ਕਰਕੇ ਪ੍ਰਾਪਤ ਹੋਇਆ ਜੋ ਅੰਨ ਹੈ ਉਹ ਸਾਰੇ ਗੁਣਾਂ ਦੇ ਸੰਪੰਨ ਹੈ। ਇਹ ਤਿਆਗ ਕਰਕੇ ਇਹ ਸਭ ਬਚਨ ਲਿਖ ਰਹੇ ਆ। ਉਂਝ ਤੇ ਮਹਾਰਾਜ ਕਹਿੰਦੇ ਆਪਣੀ ਮਿਹਨਤ ਮਸ਼ੱਕਤ ਕਰਕੇ ਖਾਣੀ ਹੈ। ਕਹਿੰਦੇ ਫਿਰ ਵੀ ਭਿੱਖਿਆ ਕਰਕੇ ਲਿਆਂਦਾ ਜੋ ਅੰਨ ਹੈ ਉਹ ਸਾਰੇ ਤਰ੍ਹਾਂ ਨਾਲ ਗੁਣਾਂ ਦੇ ਸਹਿਤ ਹੈ। ਹਾਂਜੀ, ਕਿੱਦਾਂ ਦੱਸਣਗੇ? ਅਖੈ ਨਿਧ ਅਜ ਤਨ ਲਾਭ ਦੀਨਤਾ ਅਭਾਵ ਹੈ। ਪਹਿਲਾਂ ਤੇ ਅਖੈ ਹੈ, ਭਾਵ ਨਾਸ਼ ਨਹੀਂ ਹੁੰਦਾ। ਜੋ ਕੋਈ ਖਵਾਏਗਾ ਤਾਂ 1 2 10 ਦਿਨ ਦਾ ਓੜਕ ਸਾਲ 2 ਸਾਲ ਨੂੰ ਹਟ ਹੀ ਜਾਵੇਗਾ, ਤੇ ਇਸ ਨੇ ਤੇ ਹਟਣਾ ਨਹੀਂ, ਇਹ ਸਦਾ ਹੀ ਮਿਲਦਾ ਹੀ ਰਹਿਣਾ। ਕਿੱਦਾਂ ਲਿਖਤ? ਭਿੱਖਿਆ ਹਰਿਓ, ਭਿੱਖਿਆ ਹਰਿਓ ਭਿੱਖਿਆ ਦੇ ਹਰਿਓ ਕੇ ਪ੍ਰਾਪਤ ਕਰਕੇ ਜੋ ਆਨਿਆ ਪ੍ਰਾਪਤ ਹੋਇਆ ਆਨਿਆ ਉਹ ਸਾਰੇ ਗੁਣਾਂ ਕਰਕੇ ਸਮਾਨ ਹੈ। ਕਿਉਂ ਕਹਿੰਦੇ? ਅਖੈ ਨਿਧ ਅਖੈ ਨਿਧ ਆਜ ਤਨ ਲਾਭ ਦੀਨਤ ਅਭਾਵ ਹੈ। ਇਹ ਅਖੈ ਨਿਧ, ਕਿਉਂਕਿ ਇਹ ਖੈ ਨਾਮ ਨਾਸ਼ ਦਾ, ਆ ਨਾਮ ਰਹਿਤ ਦਾ, ਭਾਵ ਨਾਸ਼ ਤੋਂ ਰਹਿਤ, ਕਦੀ ਨਾਸ਼ ਨਹੀਂ ਹੁੰਦਾ। ਭਿੱਖਿਆ ਕਦੀ ਨਾਸ਼ ਨਹੀਂ ਹੁੰਦੀ। ਜਦੋਂ ਵੀ ਚਾਹੋ ਭਿੱਖਿਆ ਮੰਗ ਕੇ ਪ੍ਰਾਪਤ ਕਰ ਸਕਦੇ ਹੋ। ਭਿੱਖਿਆ ਕਿਸੇ ਸਮੇਂ ਵੀ ਮੁੱਕਦੀ ਨਹੀਂ ਹੈ। ਫਿਰ ਇਸ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ, ਬਿਨਾਂ ਯਤਨ ਹੀ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ। ਲਾਭ ਪ੍ਰਾਪਤ, ਇਹਦੇ ਵਿੱਚ ਦੀਨਤਾ ਦਾ ਅਭਾਵ ਆ, ਭਾਵ ਕਿਸੇ ਵਾਸਤੇ ਕਿਸੇ ਦੀ ਮੁਥਾਜੀ ਨਹੀਂ ਕਰਨੀ ਪੈਂਦੀ। ਇਸ ਲਈ ਦੀਨਤਾਈ ਦਾ ਅਭਾਵ ਆ, ਭਾਵ ਕਿਸੇ ਦੀ ਇਸੇ ਵਾਸਤੇ ਇਸ ਵਾਸਤੇ ਕਿਸੇ ਦੀ ਮੁਥਾਜੀ ਜਿਹੜੀ ਹੈ ਤਰਲੇ ਨਹੀਂ ਕਰਨੀ, ਮਤਲਬ ਮੁਥਾਜੀ ਕਿਸੇ ਦੀ ਅਧੀਨਗੀ ਨਹੀਂ ਕਰਨੀ ਪੈਂਦੀ। ਇਸ ਕਰਕੇ ਦੀਨਤਾਈ ਦਾ, ਜਿਹੜੀ ਕਿਸੇ ਦੇ ਦੀਨ ਰਹਿਣਾ ਨਾ, ਕਿਸੇ ਦੇ ਨਿਮਾਣੇ ਰਹਿਣਾ, ਇਹਦਾ ਅਭਾਵ ਆ। ਨਾ ਭਾਵ ਇਹਦਾ ਨਾ ਹੋਣਾ, ਦੀਨਤਾ ਹੀ ਨਹੀਂ ਰਹਿੰਦੀ ਹੈ ਉੱਥੇ। ਕਿਉਂਕਿ ਪਿੱਛੇ ਆ ਹੀ ਗਿਆ ਨਾ ਵੀ ਜਿਹੜਾ ਦੀਨਤਾ ਤੋਂ ਰਹਿਤ ਰਹਿੰਦੇ ਆ, ਐਸਾ ਉਹਨਾਂ ਵਰਤ ਰੱਖਿਆ ਹੋਇਆ। ਅਖੈ ਨਿਧ, ਅਖੈ ਨਿਧ ਹੈ ਨਾਸ਼ ਤੋਂ ਰਹਿਤ, ਨਿੱਜੀ ਖਜ਼ਾਨਾ ਹੈ, ਕਿਉਂਕਿ ਕਦੇ ਨਾਸ਼ ਹੀ ਨਹੀਂ ਹੁੰਦਾ। ਅਜਨਮ ਲਾਭ ਪ੍ਰਾਪਤ ਹੋ ਜਾਂਦੀ, ਤੇ ਦੀਨਤਾ ਦਾ ਅਭਾਵ ਹੈ। ਠੀਕ ਹੈ ਜੀ। ਇਹ ਪਾਠ ਜਿਹੜਾ ਗਲਤ ਆ। ਅਖੈ ਨਿਧ ਅਜੰਤ ਲਾਭ ਦੀਨਤਾ ਅਭਾਵ ਹੈ। ਭਿੱਖਿਆ ਹਰਿਓ ਅਨ ਸਰਬ ਗੁਣੋਂ ਕੇ ਸਬਨ, ਅਖੈ ਨਿਧ ਅਜੰਤ ਲਾਭ ਦੀਨਤਾ ਅਭਾਵ ਹੈ। ਅਖੈ ਨਾਸ਼ ਤੋਂ ਰਹਿਤ ਆ। ਹੁਣ ਕੋਈ ਖਵਾਊਗਾ 1 2 ਸਾਲ ਰੋਟੀ ਖਾਊ, ਫਿਰ ਅਖੀਰ ਕਹੂਗਾ ਵੀ ਤੂੰ ਨਾ ਹੁਣ ਇੰਝ ਕਰ, ਛੁੱਟੀਆਂ ਕਰ ਇੱਥੋਂ। ਅਤੇ ਭਿੱਖਿਆ ਤਾਂ ਸਦਾ ਹੀ ਕਾਇਮ ਹੀ ਰਹਿਣੀ, ਘਰ ਸਦਾ ਰਹਿੰਦੇ, ਸਦਾ ਮੰਗ ਸਕਦੇ ਹਾਂ। ਫਿਰ ਨਿੱਧ ਸੁੱਖਾਂ ਦਾ ਖਜ਼ਾਨਾ, ਕਿਉਂ? ਅਜਤਨ ਪਾਠ ਆ, ਕਿਉਂਕਿ ਇਹ ਅਜਨਤ ਪਾਠ ਨਹੀਂ ਕਰਨਾ ਜਾਂ ਅਜਤਨ ਪਾਠ ਨਹੀਂ ਕਰਨਾ, ਅਜਤਨ ਪਾਠ ਕਰਨਾ। ਯਤਨ ਤੋਂ ਰਹਿਤ ਹੀ ਪ੍ਰਾਪਤ ਹੋ ਜਾਂਦੀ, ਭਾਵ ਕੋਈ ਮਿਹਨਤ ਮਸ਼ੱਕਤ ਨਹੀਂ ਕਰਨੀ ਪੈਂਦੀ, ਅਤੇ ਲਾਭ ਕੇ ਪ੍ਰਾਪਤ ਹੋ ਜਾਂਦੀ ਹੈ। ਪਕਾਉਣਾ ਨਹੀਂ ਪੈਂਦਾ, ਲੱਕੜਾਂ ਡਾਉਣੀਆਂ ਪੈਂਦੀਆਂ, ਇੱਦਾਂ ਹੀ ਜਾਓ ਅਤੇ ਬਸ 2 ਪ੍ਰਸ਼ਾਦੇ ਮਿਲ ਗਏ 4 ਅਤੇ ਰੱਜ ਜਾਣਾ, ਇੱਕ ਡੰਗ ਹੋ ਜਾਣਾ। ਫਿਰ ਦੀਨਤਾ, ਵੱਡਾ ਸੁੱਖ ਕੀ ਹੈ? ਦੀਨਤਾ ਦਾ ਅਭਾਵ। ਇਹਦੇ ਵਿੱਚ ਦੀਨ ਨਹੀਂ ਕਿਸੇ ਦਾ ਹੋਣਾ ਪੈਂਦਾ, ਕਿਸੇ ਦੇ ਅਧੀਨਗੀ ਨਹੀਂ ਕੱਟਣੀ ਪੈਂਦੀ। ਜਦੋਂ ਕਿਸੇ ਕੋਲ ਰਹਾਂਗੇ ਤਾਂ ਉੱਥੇ ਜੋ ਕਹੂ ਕਰਨਾ ਪਊਗਾ, ਅਤੇ ਇਸ ਕਰਕੇ ਦੀਨ ਮਾਣੇ ਹੋਣਾ ਰਹਿੰਦਾ, ਸਦਾ ਹੀ ਹੋਣਾ ਪੈਂਦਾ, ਹੋਏ ਰਹੀਦਾ। ਤਾਂ ਕਹਿੰਦੇ ਵੀ ਸਭ ਤੋਂ ਵੱਡਾ ਇਹ ਵੱਧ ਕੇ ਗੁਣ ਹੈ ਵੀ ਇਹਦੇ ਵਿੱਚ ਦੀਨਤਾਈ ਦਾ ਜਿਹੜਾ ਅਭਾਵ ਹੈ, ਭਾਵ ਦੀਨਤਾਈ ਨਹੀਂ ਹੈਗੀ ਹੈ, ਉਹਦੇ ਬਿਲਕੁਲ ਹੀ ਖਤਮ ਹੈ। ਦੋਰ ਮਤ ਸਰ ਤਰਸ ਮਦ ਅਭਿਮਾਨ ਆਸ। ਦੋਰ ਨਾਮ ਹੁੰਦਾ ਖੋਟੇ ਦਾ, ਮਤ ਸਰ ਨਾਮ ਈਰਖਾ ਦਾ। ਹਾਂਜੀ, ਖੋਟੀ ਮੱਤ
ਈਰਖਾ, ਦੁਰਮਤ ਖੋਟੀ ਮੱਤ ਤੇ ਮਤਸਰ ਕਹੀਏ ਈਰਖਾ। ਪਾਠ ਇੱਦਾਂ ਹੀ ਆ ਉੱਦਾਂ ਦੇ ਦੁਰਮਤ, ਦੁਰਮਤਸਰ। ਮਤ ਦਾ ਅਰਥ ਦੋਵੇਂ ਪਾਸੇ ਲਾ, ਦੁਰਮਤ ਖੋਟੀ ਮੱਤ ਅਤੇ ਮਤਸਰ ਭਾਵ ਈਰਖਾ ਹੁੰਦੀ ਹੈ। ਹਾਂਜੀ, ਖੋਟੀ ਮੱਤ, ਈਰਖਾ, ਤਰਾਸ, ਡਰ, ਮਦ, ਹੰਕਾਰ, ਅਭਿਮਾਨ ਗੁਣਾਂ ਦਾ, ਜਾਂ ਹੰਕਾਰ ਅਤੇ ਗੁਣਾਂ ਦਾ ਅਭਿਮਾਨ, ਅਤੇ ਆਸ ਕੀ ਆਸਾ। ਹਨੇ ਦੁਖ ਰਾਸ ਸਨੇ ਜਨੇ ਸਾਧ ਭਾਵ ਹੈ। ਅਤੇ ਆਸਾ ਦੇ ਜਿਹੜੇ ਦੁੱਖ ਹੈ, ਦੁੱਖਾਂ ਦੀ ਰਾਸ ਹੀ ਇਹ ਸਾਰੀ ਚੀਜ਼ਾਂ ਉੱਪਰ ਦੱਸੀਆਂ। ਹਨੇ ਕਿ ਇਸ ਨੂੰ ਨਾਸ ਕਰਦਾ ਹੈ, ਨਾਸ ਕਰਦੀ ਭਿਖਿਆ। ਅਤੇ ਸਨੇ ਸਨੇ ਹੌਲੀ ਹੌਲੀ ਸ਼ਾਂਤੀ ਭਾਵ ਲਿਆਉਂਦਾ ਹੈ। ਇੰਨੇ ਪਾਠਾਂ ਦੀ ਗਲਤੀ ਕੋਈ ਹਿਸਾਬ ਨਹੀਂ। ਦੁਰਮਤਸਰ, ਤਰਾਸ, ਮਦ, ਅਭਿਮਾਨ, ਆਸ, ਹਨੇ ਦੁਖ ਰਾਸ ਸਨੇ ਜਨੇ ਸਾਂਤ ਭਾਵ ਹੈ। ਠੀਕ ਹੈ ਜੀ। ਇਹ ਤਾਂ ਖੋਟੀ ਮੱਤ ਅਤੇ ਈਰਖਾ। ਈਰਖਾ ਨੂੰ ਕਹਿੰਦੇ ਜਿਹੜਾ, ਅਤੇ ਭੈ, ਡਰ, ਹੰਕਾਰ ਅਤੇ ਹਿਰਦੇ ਜਿਹੜਾ ਅਭਿਮਾਨ ਆ। ਫਿਰ ਆਸਾ ਦਾ ਜੋ ਕਿਸੇ ਦੀ ਇੱਛਾ ਕਰਨੀ। ਇਹਨਾਂ ਸੰਪੂਰਨ ਦੁੱਖਾਂ ਦੀ ਰਾਸ ਨੂੰ ਨਾਸ ਕਰਦੀ ਹੈ ਭਿਖਿਆ। ਅਤੇ ਹੌਲੀ ਹੌਲੀ ਸ਼ਾਂਤੀ ਸੁਭਾਅ ਨੂੰ ਜਨੇ ਕੀ ਪੈਦਾ ਕਰਦੀ। ਦੁਰਮਤ, ਦੁਰਮਤ ਅਤੇ ਮਤਸਰ। ਪਾਠ ਇੱਦਾਂ ਬਣ, ਦੁਰਮਤਸਰ। ਦੁਰਮ ਨਾਮ ਖੋਟੀ ਵਾ ਖੋਟੀ ਮਾਤੀ ਹੁੰਦੀ, ਅਤੇ ਮਤਸਰ ਨਾਮ ਈਰਖਾ ਹੁੰਦਾ ਵਾ। ਤਰਾਸ, ਡਰ, ਮਦ, ਹੰਕਾਰ, ਅਭਿਮਾਨ ਗੁਣਾਂ ਦਾ ਅਭਿਮਾਨ, ਅਤੇ ਆਸ ਬੜੀ ਲੰਮੀ ਆਸਾ। ਹਨੇ ਦੁੱਖ ਰਾਸ ਸਨੇ ਜਨੇ ਸੰਤ ਭਾਵ ਹੈ। ਦੁੱਖਾਂ ਦੀ ਜੋ ਰਾਸ ਹੈ ਸਾਰੀ ਇਹ ਉੱਪਰ ਉਪਰੋਕਤ ਦੱਸਿਆ ਔਗੁਣ, ਇਹਨਾਂ ਨੂੰ ਹਨੇ ਨਾਸ ਕਰਦੀ ਹੈ। ਸਨੇ ਸਨੇ ਭਾਵ ਹੌਲੀ ਹੌਲੀ, ਜਨੇ ਹੌਲੀ ਹੌਲੀ ਜਨੇ ਜਾਣਦੀ ਹੈ, ਪੈਦਾ ਕਰਦੀ ਸ਼ਾਂਤੀ ਭਾਵ ਨੂੰ, ਸ਼ਾਂਤੀ ਭਾਵ 'ਚ ਲਿਆਉਂਦੀ ਹੈ। ਨਾਹੀਂ ਪ੍ਰਤ ਹੱਥ ਹੈ ਸਕਲ ਕਾਲ ਸੱਤ ਹੈ। ਇਸ ਭਿਖਿਆ ਦੇ ਅੰਨ ਦਾ ਕਿਸੇ ਵੇਲੇ ਵੀ ਨਾਸ ਨਹੀਂ ਹੁੰਦਾ। ਨਾਹੀਂ ਪ੍ਰਤ ਹੱਥ ਹੈ, ਹੱਥ ਨਾਮ ਨਾਸ ਦਾ ਭਾਵ ਨਾਸ ਨਾਹੀਂ ਹੁੰਦੀ ਨਹੀਂ ਹੈ। ਇਸ ਭਿਖਿਆ ਦਾ ਅੰਨ ਦਾ ਕਿਸੇ ਵੇਲੇ ਨਾਸ ਨਹੀਂ ਹੁੰਦਾ। ਸਕਲ ਕਾਲ ਸੱਤ ਹੈ, ਸਾਰੇ ਸਮੇਂ ਵਿੱਚ ਹੀ ਸੱਤ ਹੀ ਹੈ, ਨਿਸ਼ਚੈ ਹੀ ਹੈ। ਹਰ ਵੇਲੇ ਤਿਆਰ ਹੀ ਮਿਲਦਾ, ਸਾਰੇ ਸਮੇਂ ਵਿੱਚ ਇਸ ਦਾ ਮਿਲ ਜਾਣਾ ਨਿਸ਼ਚੈ ਹੀ ਹੈ। ਜਦੋਂ ਮੰਗਣ ਜਾ ਕੋਈ ਨਾ ਕੋਈ ਅੱਗੋਂ ਮਿਲ ਹੀ ਜਾਊਗਾ। ਅਕਲ ਦੇਸ਼ ਗਤ ਹੈ ਮਹੇਸ਼ ਜਗ ਗਾਵ ਹੈ। ਅਕਲ ਨਾਮ ਦਾ ਸਾਰੇ ਦਾ ਸਮੂਹ ਦੇਸ਼ ਕੇ ਦੇਸ਼ਾਂ ਵਿੱਚ ਗਤ ਹੈ ਕਹੀਏ ਪ੍ਰਾਪਤ ਹੋ ਜਾਂਦੀ ਹੈ। ਸਾਰੇ ਦੇਸ਼ਾਂ ਵਿੱਚ ਪ੍ਰਾਪਤ ਹੋ ਜਾਂਦੀ ਹੈ ਭਿਖਿਆ। ਮਹੇਸ਼ ਯੱਗ ਗਾਵ ਹੈ, ਅਤੇ ਇਸ ਦਾ ਨਾਮ ਕੀ ਆ? ਮਹੇਸ਼ ਯੱਗ। ਗਾਵ ਹੈ ਕਈ ਗਾਵਿਆ ਜਾਂਦਾ, ਕਿਹਾ ਜਾਂਦਾ। ਇਸ ਦਾ ਭਿਖਿਆ ਦਾ ਨਾਮ ਮਹੇਸ਼ ਯੱਗ ਕਿਹਾ ਜਾਂਦਾ, ਭਾਵ ਸ਼ਿਵ ਜੀ ਦਾ ਹੀ ਇਹ ਜੱਗ ਲੱਗਾ ਹੋਇਆ, ਅਮਰ ਜੱਗ, ਜਿਹੜਾ ਕਿਸੇ ਮੁੱਕਣ ਵਾਲਾ ਨਹੀਂ ਹੈ। ਨਾਹਿ ਪ੍ਰਤ ਹੱਥ ਹੈ, ਨਾਦ ਪ੍ਰਤ ਹੱਥ ਕੀ ਨਾਸ, ਪ੍ਰਤ ਹੱਥ ਨਾਮ ਨਾਸ ਦਾ, ਨਾਸ ਹੀ ਨਾਹਿ ਕੀ ਨਾ ਹੁੰਦੀ ਹੈ ਭਿਖਿਆ। ਸਗਲ ਕਾਲ ਸੱਤ, ਸਾਰੇ ਸਮੇਂ ਦੇ ਸੱਤ ਹੈ, ਨਿਸ਼ਚੈ ਹੀ ਹੈ। ਅਕਲ ਦੇਸ਼ ਗਤ ਹੈ, ਅਕਲ ਕੇ ਸਮੂਹ ਦੇਸ਼ਾਂ ਵਿੱਚ ਹੀ ਗਤ ਕਈ ਪ੍ਰਾਪਤ ਹੁੰਦੀ ਹੈ। ਮਹੇਸ਼ ਜੱਗ ਗਾਵੇ, ਅਤੇ ਸ਼ਿਵ ਜੀ ਦਾ ਇਹਨੂੰ ਜਿਹੜਾ ਜੱਗ ਗਿਆ ਹੋਇਆ, ਕਿਸੇ ਸਮੇਂ ਵਿੱਚ ਜਾ ਕੇ ਜੋਗੀ ਮੰਗ ਲਵੇ ਅਤੇ ਪ੍ਰਾਪਤ ਹੋ ਜਾਂਦੀ, ਸਾਰੇ ਦੇਸ਼ਾਂ ਵਿੱਚ ਹੀ ਪ੍ਰਾਪਤ ਹੋ ਜਾਂਦੀ। ਇਸ ਦਾ ਨਾਮ ਜਿਹੜਾ ਮਹੇਸ਼ ਜੱਗ ਕਿਹਾ ਜਾਂਦਾ, ਭਾਵ ਸ਼ਿਵ ਜੀ ਦਾ ਜੱਗ ਹੈ, ਜੋ ਪਰਮੇਸ਼ਵਰੀ ਭਾਵ ਜੱਗ ਹੈ। ਫਿਰ ਹਿੰਸਾ ਬਾਦ ਨਿਰੋਪਾਦ ਭਨਤ ਪ੍ਰਸ਼ੰਸਾ ਸਾਧ। ਹਿੰਸਾ, ਸਾਰੇ ਪ੍ਰਕਾਰ ਦੀ ਜਿਹੜੀ ਹਿੰਸਾ ਹੈ ਉਹਦਾ ਵੀ ਇਸ ਦੇ ਵਿੱਚ ਨਾਸ ਹੈ। ਅਤੇ ਕੋਈ ਵੀ ਕਿਸੇ ਦੀ ਸ਼ਰੀਕ ਮਿੱਤਰ ਆਦਿ ਜਿਹੜੀ ਉਪਾਧੀ ਹੈ ਉਹ ਵੀ ਇਹਦੇ ਵਿੱਚ ਨਹੀਂ ਹੈ, ਭਾਵ ਸਾਰਿਆਂ ਘਰੋਂ ਮੰਗ ਲੈਣੀ ਹੁੰਦੀ ਹੈ।
फिर संत जन इस अन्न की महिमा कथन करते। सारे संत ये कहते आ, मुख मोख साधन मो साधन को भाव है। कहते भी मुक्ति के साधना विच ये मुख साधन है ते जग्यासी नूं यही करदा है। ਅਤੇ संत जनां नूं भाउंदा सोहना लगदा, होर कोई नहीं, होर कोई नहीं सोहना लगदा। साधन को भाव, साधन नूं भाउंदा ही है इदां भिखिया मंगनी। क्योंकि हिंसा ਦਾ ਇਹਦੇ ਵਿੱਚ ਬਾਦਗੀ ਨਾਸ ਹੈ। ਹੋਰਨਾਂ ਜੱਗਾਂ ਵਿੱਚ ਹਿੰਸਾ ਕਮਾਉਣੀ ਪੈਂਦੀ ਆ। ਵੇਖੋ ਘੋੜੇ ਆਦਿਕ ਵੱਢੇ ਜਾਂਦੇ, ਗੈਂਡੇ ਮਾਰੇ ਜਾਂਦੇ ਆ। ਇਹ ਜੱਗ ਵਿੱਚ ਕੋਈ ਹਿੰਸਾ ਨਹੀਂ। ਇਸ ਵਿੱਚ ਹਿੰਸਾ ਦੀ ਬਾਦਗੀ ਰੋਕ ਹੈ ਅਤੇ ਹਿੰਸਾ ਦਾ ਬਾਦਗੀ ਨਾਸ ਹੈ। ਦੂਸਰੇ ਜੱਗਾਂ ਦੇ ਵਿੱਚ ਪੂਰਿਆਂ ਹੋਣ ਵਿੱਚ ਫਿਰ ਕਈ ਉਪਾਧੀਆਂ ਖੜੀਆਂ ਹੋ ਜਾਂਦੀਆਂ। ਕਹਿੰਦੇ ਇੱਦਾਂ ਹੋ ਗਿਆ, ਰਿਸ਼ੀ ਨੇ ਸ਼ਰਾਪ ਦਿੱਤਾ, ਉਹ ਤਾਂ, ਪਰ ਇਸ ਵਿੱਚ ਕੋਈ ਉਪਾਧੀ ਨਹੀਂ, ਇਸ ਵਿੱਚ ਕੋਈ ਉਪਾਧੀ ਪੈਦਾ ਨਹੀਂ ਹੁੰਦੀ। ਨਿਰਉਪਾਧ, ਬਿਨਾਂ ਉਪਾਧੀ ਤੋਂ ਕੋਈ ਉਪਾਧੀ ਉਪਦਰਵ ਪੈਦਾ ਨਹੀਂ ਹੁੰਦਾ। ਭੰਤ ਪ੍ਰਸ਼ੰਸਾ ਸਾਧ, ਫਿਰ ਸਾਰੇ ਜਿਹੜੇ ਸਾਧੂ ਆ ਉਹ ਇਸ ਦੀ ਪ੍ਰਸ਼ੰਸਾ ਕਥਨ ਕਰਦੇ ਆ। ਕੀ ਕਹਿੰਦੇ ਆ? ਮੁੱਖ ਮੋਖ ਸਾਧਨ ਨੂੰ ਕਹਿੰਦੇ ਇਹ ਮੁਕਤੀ ਦੇ ਸਾਧਨਾਂ ਵਿੱਚੋਂ ਦੇ ਮੁੱਖ ਸਾਧਨ ਆ। ਮੁਕਤੀ ਦਾ ਸਾਧਨ ਜਦੋਂ ਪ੍ਰਾਪਤ ਕਰਨਾ ਤੇ ਇਹ ਜਦੋਂ ਮੰਗਣ ਚਾਹੀਦੀ ਭਿੱਖਿਆ, ਇਹ ਮੁੱਖ ਸਾਧਨ ਆ। ਭਾਵ ਸਾਧਨਾਂ ਵਿੱਚੋਂ ਮੁੱਖ ਸਾਧਨ ਆ ਇਹ ਭਿੱਖਿਆ। ਸਾਧਨ ਕੋ ਭਾਵ ਹੈ। ਅਜਿਹਾ ਜਿਹੜਾ ਭਾਵ ਆ ਸਾਧੂਆਂ ਦਾ ਹੈ। ਸਾਧਨ ਕੋ ਭਾਵ ਸਾਧੂਆਂ ਦਾ ਇਹ ਭਾਵ ਹੈ, ਇਹ ਸ਼ਰਧਾ ਇਹਦੇ ਵਿੱਚ, ਜਾਂ ਵੀ ਸਾਧੂਆਂ ਦੇ ਮਨ ਨੂੰ, ਇਹ ਸਾਧੂਆਂ ਦੇ ਮਨ ਦਾ ਇਹ ਭਾਵ ਹੈ ਕਿ ਭਿੱਖਿਆ ਦਾਨ ਮੁਕਤੀ ਦੇ ਸਾਰੇ ਸਾਧਨਾਂ ਵਿੱਚ ਮੁੱਖ ਉੱਤਮ ਸਾਧਨ ਹੈ। ਅਤੇ ਜਾਂ ਸਾਧਨ ਕੋ ਭਾਵ ਸਾਧੂਆਂ ਨੂੰ ਇਹ ਭਾਉਂਦੀ ਹੈ, ਸਾਧ ਤਾਂ ਮੰਗਦੇ ਆ ਇਹ, ਠੀਕ ਹੈ ਜੀ, ਤਾਂ ਉਹ ਮੰਗਣ ਜਾਂਦੇ ਆ। ਇਸ ਤਰ੍ਹਾਂ ਸਾਧੂਆਂ ਦੇ ਵੀ ਮਨ ਦੀ ਇਹਦੇ ਵਿੱਚ ਇੱਛਾ ਰਹਿੰਦੀ ਹੈ। दोहरा सम दम आदि के पुष्ट हित गर्भ हितार्थ सप्रीत। सम मन ਨੂੰ ਰੋਕਣਾ, ਦਮ ਇੰਦਰੀਆਂ ਦਾ ਰੋਕਣਾ, ਵਿਸ਼ਿਆਂ ਵੱਲੋਂ ਮਨ ਦਾ ਵਿਕਾਰਾਂ ਵੱਲੋਂ ਰੋਕਣਾ। ਇਹ ਜਿਹੜੇ ਇਤਿਆਦ ਸਮ ਦਮ ਖੜ ਸੰਪਤੀ ਲਾ ਲਓ, ਸਾਰੀ ਤੇ ਤਿੱਖਿਆ, ਸਮਦਮ ਤੇ ਤਿੱਖਿਆ, ਇਹ ਜਿਹੜੇ ਹੈ ਸਮਦਮ ਤੋਂ ਆਦਿਕ ਕਰਮ ਹੈ। ਇਹ ਜਿਹੜੇ ਗੁਣ ਹੈ, ਸਮ ਭਾਵ ਮਨ ਦਾ ਰੋਕਣਾ, ਦਮ ਇੰਦਰੀਆਂ ਦਾ ਰੋਕਣਾ, ਹੋਰ ਜਿਹੜੀ ਸ਼ਰਧਾ ਤੇ ਤਿੱਖਿਆ ਆਦਿਕ, ਇਸ ਦੇ ਕਹਿੰਦੇ ਪੁਸ਼ਟ ਵਾਸਤੇ। ਪੁਸ਼ਟ ਨਾਮ ਤਾਕਤ ਵਾ, ਪੁਸ਼ਟ ਨਾਮ ਤਾਕਤ ਦਾ। ਤਾਂ ਇਹ ਵੀ ਸਮਦਾਮ ਦੀ ਤਾਕਤ ਵਾਸਤੇ ਜਾਂ ਪੁਸ਼ਟ ਨਾਮ ਹੁੰਦਾ ਵਾ ਵਧਾਉਣ ਦਾ। ਅਤੇ ਇਹਨਾਂ ਸਾਰਿਆਂ ਸਾਧਨਾਂ ਨੂੰ ਵਧਾਉਣ ਵਾਸਤੇ ਅਤੇ ਗਰਭ ਹਿਤਾਰਥ ਸਪਰੀਤ, ਗਰਭ ਦੇ ਲਈ, ਹਿਤਾਰਥ ਵਾ ਗਰਭ ਦੇ ਵਾਸਤੇ ਬੜੀ ਪ੍ਰੀਤੀ ਦੇ ਸਹਿਤ। ਗਰਭ ਨਾਮ ਹੰਕਾਰ ਦਾ, ਹੰਕਾਰ ਦਾ ਜਿਹੜਾ ਹਿਤ ਨਾਮ ਨਾਸ ਦਾ ਇੱਥੇ ਲਾਉਣਾ, ਅਤੇ ਅਰਥ ਨਾਮ ਵਾਸਤੇ। ਹੰਕਾਰ ਦੇ ਹਿਤ ਵਾਸਤੇ, ਹੰਕਾਰ ਦੇ ਨਾਸ ਵਾਸਤੇ ਸਪ੍ਰੀਤ, ਪ੍ਰੀਤੀ ਦੇ ਸਹਿਤ ਗਾਹੇ ਸਿੱਧ ਪਰਮਾਰਥ ਹਿਤ ਭਿਖਿਆ ਅਨ ਅਤੀਤ। ਭਿਖਿਆ ਅੰਨ ਅਤੀਤ, ਭਿਖਿਆ ਦੇ ਅੰਨ ਨੂੰ ਜਿਹੜਾ ਅਤੀਤ ਮਹਾਤਮਾ ਤਿਆਗੀ ਪੁਰਸ਼ ਆ ਉਹ ਗਾਹੇ ਕਹੀ ਗ੍ਰਹਿਣ ਕਰੇ। ਕਾਹਦੇ ਵਾਸਤੇ? ਸਿੱਧ ਪਰਮਾਰਥ ਹਿਤ, ਪਰਮ ਅਰਥ ਦੇ, ਪਰਮ ਅਰਥ ਦੀ ਸਿੱਧ ਦੀ ਪ੍ਰਾਪਤੀ ਵਾਸਤੇ। ਪਰਮ ਅਰਥ ਕੀ ਆ? ਮੁਕਤੀ, ਕਲਿਆਣ, ਗਿਆਨ, ਪਰਮ ਅਰਥ ਗਿਆਨ। ਪਰਮਾਰਥ ਕੀ ਆ? ਮੁਕਤੀ, ਮੁਕਤੀ ਦੀ ਪ੍ਰਾਪਤੀ ਦੇ ਹਿਤ ਕੀ ਹੈ? ਵਾਸਤੇ। ਸਿੱਧ ਨਾ ਪ੍ਰਾਪਤ ਦਾ ਉਹਦੇ ਵਾਸਤੇ।
ਕੀ ਲਿਖਦੇ ਆ, ਸਾਮ ਦਮ ਆਦਿਕ ਕੇ ਪੁਸ਼ਟ ਹੈ। ਸਾਮ ਦਮ ਸਾਧਨ, ਸਾਮ ਦਮ ਸ਼ਰਦਾਤ ਤਿਖਿਆ, ਇਹ ਜਿਹੜੇ ਖੜ ਸੰਪਤੀ ਆਦਿਕ ਸਾਧਨ ਆ, ਇਹਨਾਂ ਦੀ ਪੁਸ਼ਟ ਕਹੀਏ ਵਧਾਉਣ ਦੇ ਹਿੱਤ ਕਹੀਏ ਵਾਸਤੇ, ਜਾਂ ਇਸ ਦੀ ਤਾਕਤ ਵਾਸਤੇ, ਇਹਨਾਂ ਨੂੰ ਤਾਕਤ ਕਰਨ ਲਈ ਗਰਭ ਹਿਤਾਰਥ ਸਪ੍ਰੀਤ, ਗਰਭ ਦੇ ਹਿੱਤ ਕਹੀਏ, ਨਾਸ ਅਰਥ ਕਹੀਏ ਵਾਸਤੇ, ਹੰਕਾਰ ਦੇ ਨਾਸ ਵਾਸਤੇ, ਸਪ੍ਰੀਤੀ ਬੜੀ ਪ੍ਰੀਤੀ ਦੇ ਸਹਿਤ ਹੋ ਕਰਕੇ, ਗਹੇ ਕਹੀਏ ਗਹੇ ਸਿੱਧ ਪਰਮਾਰਥ ਹਿਤ, ਅਤੇ ਗਹੇ ਕਹੀਏ ਗ੍ਰਹਿਣ ਕਰੇ ਕਿ ਸਿੱਧ ਪਰਮਾਰਥ ਹਿਤ, ਪਰਮਾਰਥ ਦੇ ਵਾਸਤੇ, ਸਿੱਧ ਕਹੀਏ ਗ੍ਰਹਿਣ ਕਰੇ ਕਿਹਨੂੰ, ਭਿਖਿਆ ਆਨ ਅਤੀਤ, ਅਤੀਤ ਕੀ ਜਿਹੜਾ ਸਾਧੂ ਪੁਰਸ਼ ਆ, ਮਹਾਤਮਾ ਪੁਰਸ਼ ਆ, ਉਹ ਭਿਖਿਆ ਦਾਨ ਨੂੰ ਗ੍ਰਹਿਣ ਕਰੇ। ਮਤਲਬ ਇੰਨਾ ਕਹਿੰਦੇ ਮਹਾਨ ਹੈ ਭਿਖਿਆ ਦਾਨ, ਮੁਕਤੀ ਜੇ ਲੈਣੀ ਆ ਤੇ ਭਿਖਿਆ ਲਵੇ, ਭਿਖਿਆ ਨੂੰ ਜਿਹੜਾ ਗ੍ਰਹਿਣ ਕਰੇ ਤਾਂ ਬੜਾ ਭਲਾ ਹੋਊਗਾ। ਤਾਂ ਹੀ ਪਰਮਾਨੰਦ ਆਦਿਕ ਜਿਹੜੇ ਸਾਧੂ ਸੀ ਭਿਖਿਆ ਮੰਗਦੇ ਰਹੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਕਿਉਂਕਿ ਜਿੰਨੇ ਦੇ ਪਰਮਾਤਮਾ ਨੂੰ ਹੀ ਮੁੱਖ ਸਮਝਿਆ ਤੇ ਸੰਸਾਰ ਤੋਂ ਪਤਾ ਚਲੇ ਜਾਣਾ, ਜਿਨੀ ਚੱਲਣ ਜਾਣਾ ਸੇ ਕੋ ਕਰੇ ਵਿਥਾਰ, ਉਹਦਾ ਸਾਧੂਆਂ ਨੂੰ ਕੀ ਲੋੜ ਹੈ, ਦੋ ਪ੍ਰਸ਼ਾਦੇ ਛਕੇ ਜਿੱਥੇ ਮਰਜ਼ੀ ਆਰਾਮ ਕਰ ਲਿਆ, ਇਹ ਉਹਨਾਂ ਵਾਸਤੇ ਬਚਨਿਆ, ਸਾਡੇ ਵਰਗੇ ਵਾਸਤੇ ਨਹੀਂ। ਕਿਉਂਕਿ ਸਾਡੀ ਬੇਨਤੀਆਂ ਤੇ ਕਹਿਣਾ ਵੀ ਗੁਰੂ ਮਹਾਰਾਜ ਨੇ ਇੱਦਾਂ ਕਿਹਾ ਉੱਦਾਂ ਕਿਹਾ, ਤੇ ਹੋਰ ਵਾਦ ਵਿਵਾਦ ਹੀ ਖੜੇ ਕਰਨੇ, ਪਰ ਨਹੀਂ, ਇਹ ਪਰਮਾਰਥ ਵਾਸਤੇ ਇਹ ਤਿਆਗ ਕਰਨਾ ਪਵੇ ਤਾਂ ਵੀ ਬੜੀ ਵੱਡੀ ਗੱਲ ਹੈ। ਪਰੇ ਪੁਰਾਣ ਪਾਤਰ ਪੈ ਸੁਭਾਵਕ ਪਵਿੱਤਰ ਵਿਕਿਆ, ਪਰੇ ਪਾਤਰ ਪੈ ਸੁਭਾਵਕ ਪਵਿੱਤਰ, ਤਾਂ ਸੋ ਇੱਕ ਤੇ ਪਾਠਾਂ ਦੀ ਇੰਨੀ ਗਲਤੀ ਆ, ਜੋ ਭਿਖਿਆ ਨਿਰਇਛਤ ਭਾਵ ਸੁਭਾਵਕ ਸੋਤੇ ਸੇ ਦੀ ਹੱਥਾਂ ਰੂਪੀ ਭਾਂਡੇ ਵਿੱਚ ਪੈ ਜਾਵੇ, ਉਹ ਪਵਿੱਤਰ ਹੈ। ਪਰੇ ਪ੍ਰਾਣ, ਪ੍ਰਾਣ ਪਾਠ ਨਹੀਂ ਪਾਨ ਪਾਠ ਹੈ, ਪਾਨ ਦਾ ਹੱਥਾਂ ਦਾ, ਪਰੇ ਪਾਨ ਪਾਤਰ ਪੈ ਸੁਭਾਵਕ, ਪਰੇ ਪ੍ਰਾਣ ਪਾਤਰ ਪੈ ਸੁਭਾਵਕ ਪਵਿੱਤਰ ਭਿਖਿਆ, ਤਾਂ ਸੋ ਪ੍ਰਾਣ ਰੱਖਿਆ ਕਰੇ ਜਹਾਂ ਚਾਹੇ ਬਹੇ ਹੈ। ਚੰਦ ਦੀ ਚਾਲ ਨਹੀਂ ਨਾ ਬਣਦੀ। ਪਰੇ ਪਾਣ ਪਾਤਰ ਪੈ ਸੁਭਾਵਕ ਪਵਿੱਤਰ ਭਿਖਿਆ, ਤਾਂ ਸੋ ਪਰੇ ਪਾਣ ਪਾਤਰ ਪੈ ਸੁਭਾਵਕ ਪਵਿੱਤਰ ਤਾਂ ਸੋ ਪਵਿੱਤਰ ਭਿਖਿਆ, ਤਾਂ ਸੋ ਪ੍ਰਾਣ ਰੱਖਿਆ ਕਰੇ ਜਹਾਂ ਚਾਹੇ ਬਹੇ ਹੈ। ਪਰੇ ਪਾਣ ਪਾਤਰ ਪੈ ਸੁਭਾਵਕ ਪਵਿੱਤਰ ਭਿਖਿਆ, ਇੱਥੇ ਵਿਸ਼ਰਾਮ ਬਣਦਾ, ਭਿਖਿਆ ਤੇ ਵਿਸ਼ਰਾਮ ਲਾ ਦੇਣਾ, ਐਵੇਂ ਗਲਤ ਹੁੰਦਾ ਨਹੀਂ। ਤੇ ਕਹਿੰਦੇ ਪਾਣ ਨਾਮ ਹੱਥਾਂ ਦਾ, ਹੱਥਾਂ ਰੂਪੀ ਪਾਤਰ ਕਹੀਏ ਭਾਂਡੇ ਦੇ, ਪੈ ਦੀ ਥਾਂ ਪਾਠ ਮੈਂ ਪਾਠ ਸ਼ੋਧਿਆ, ਸ਼ੁੱਧ ਕਰ ਲ, ਪੈ ਪਾਠ ਨਹੀਂ ਸਹੀ, ਮੈਂ ਪਾਠ ਜ਼ਿਆਦਾ ਸ਼ੋਧਿਆ, ਠੀਕ ਹੈ ਜੀ। ਪਰੇ ਪਾਣ ਪਾਤਰ ਮੈਂ ਸੁਭਾਵਕ ਪਵਿੱਤਰ ਭਿਖਿਆ, ਪਾਣ ਹੱਥਾਂ ਰੂਪੀ ਪਾਤਰ ਕਹੀਏ ਭਾਂਡੇ ਦੇ, ਮੈਂ ਕਹੀਏ ਵਿੱਚ ਸੁਭਾਵਕ ਨਿਰਇਛਤ ਸੁਭਾਵਕ ਹੀ ਜੋ ਪਵਿੱਤਰ ਭਿਖਿਆ, ਪਰੇ ਕਹੀਏ ਪੈ ਜਾਵੇ, ਤਾਂ ਸੋ ਪ੍ਰਾਣ ਰੱਖਿਆ ਕਰੇ ਜਹਾਂ ਚਾਹੇ ਬਹੇ, ਤਾਂ ਸੋ ਕਹੀਏ ਉਸ ਨਾਲ ਆਪਣੇ ਜਿਹੜੇ ਪ੍ਰਾਣਾਂ ਦੀ ਰੱਖਿਆ ਕਰੇ, ਕਿਉਂਕਿ ਭੁੱਖ ਪਿਆਸ ਪ੍ਰਾਣਾਂ ਦਾ ਹੀ ਧਰਮ ਆ। ਜਹਾਂ ਚਾਹੇ ਬਹੇ ਹੈ, ਅਤੇ ਜਹਾਂ ਚਾਹੇ ਜਿੱਥੇ ਚਾਹੇ, ਜਿੱਥੇ ਮਨ ਚਾਹੇ ਉੱਥੇ ਹੀ ਬਹੇ ਹੈ, ਉੱਥੇ ਬੈਠੇ ਰਹਿੰਦੇ ਸੰਤ ਮਹਾਤਮਾ ਬੰਦਗੀ ਵਾਲੇ ਵਿਰਾਗੀ, ਅਤੇ ਜੀਵ ਤੈਨੂੰ ਵੀ ਸਿੱਖਿਆ ਵੀ ਉੱਥੇ ਹੀ ਬੈਠੇ, ਜਿੱਥੇ ਇੱਛਾ ਹੋਵੇ ਉੱਥੇ ਬੈਠੇ। ਵਾਰ ਵਾਰ ਵਿਸ ਕੋ ਨਿਹਾਰ ਤ੍ਰਿਣ ਭਾਰਵਤ, ਕਈ ਵਿਦਵਾਨ ਇੱਥੇ ਅਰਥ ਜਿਹਾ ਖੜਾ ਕਰਦੇ ਆ ਕਿ ਜਦੋਂ ਜਾ ਕੇ ਮੰਗਣਾ ਹੀ ਆ, ਅਤੇ ਫਿਰ ਨਿਰਇਛਤ ਕੀ ਹੋਇਆ ਭਲਾ, ਵੀ ਸੁਭਾਵਕ ਕੀ ਹੋਇਆ ਜਦੋਂ ਜਾ ਕੇ ਮੰਗਣਾ ਹੀ। ਹਾਂਜੀ, ਅਤੇ ਅਰਥ ਇਹਦਾ ਦੱਸਦੇ ਵੀ ਨਿਰਇਛਤ ਦਾ ਅਰਥ ਇਹ ਆ ਵੀ ਜੋ ਜੋਗੀ ਜਨ ਇਹ ਇੱਛਾ ਧਾਰ ਕੇ ਨਹੀਂ
ਜਾਂਦੇ ਕਿ ਜੋ ਕੱਲ੍ਹ ਫਲਾਣੇ ਘਰ 'ਚ ਮਿਲਿਆ ਸੀ ਅੱਜ ਵੀ ਉੱਥੇ ਚੱਲੇ, ਕਿ ਅੱਜ ਵੀ ਉੱਥੇ ਚੱਲੀਏ। ਐਸੀ ਇੱਛਾ ਤੋਂ ਰਹਿਤ ਦਾ ਨਾਮ ਨਿਰਚਿਤ ਅਥਵਾ ਕਿ ਹੋਰ ਕਿਸੇ ਗਲੀ ਆਦਿ ਸਥਾਨ ਮੇਂ ਜਾਵੇ। ਉੱਥੇ ਨਾ ਫਿਰ ਚਲੇ ਜਾਓ ਜਿੱਥੇ ਵੀ ਫਲਾਣਾ ਬੜਾ ਸੋਹਣਾ, ਕੱਲ੍ਹ ਉੱਥੋਂ ਬੜੇ ਪਕੌੜੇ ਪਕੂੜੇ ਮਿਲੇ ਅੱਜ ਉੱਥੇ ਜਾਂਦੇ। ਨਹੀਂ ਨਹੀਂ, ਅੱਜ ਨਾ ਕਹਿੰਦੇ ਅਕਲ ਦਿਨ ਨਾ ਉੱਥੇ ਜਾਵੇ, ਜਿਸ ਪਾਸੇ ਅੱਜ ਜਾਵੇ ਉਸ ਪਾਸੇ ਕੱਲ੍ਹ ਨਾ ਜਾਵੇ। ਇਹਦਾ ਨਾਮ ਸੁਭਾਵਕ ਆ। ਅਤੇ ਕਿਉਂਕਿ ਸੁਭਾਵਕ ਕੀ ਹੁੰਦਾ ਵੀ ਜੋ ਬਣਿਆ ਅਗਲੇ ਪਾਸਿਓਂ ਅਤੇ ਜਿੱਥੇ ਗਏ ਉੱਥੋਂ ਜੋ ਵੀ ਮਿਲ ਗਿਆ ਉਹ ਲੈ ਲੈਣਾ ਸੁਭਾਵਕ। ਇਹ ਜਿਹੜਾ ਆਪਾਂ ਅੱਜ ਪਕੌੜੇ ਖਾ ਲਏ ਫਿਰ ਉੱਥੇ ਚੱਲੀਏ ਉਹਦੀ ਇੱਛਾ ਹੋ ਗਈ ਨਾ, ਕਿ ਜਿਹੜਾ ਆਖੇ ਵੀ ਜਿੱਥੇ ਅੱਜ ਕੱਲ੍ਹ ਗਏ ਆ ਅੱਜ ਨਾ ਜਾਵੇ, ਆਖੇ ਫਲਾ ਜਿੱਥੋਂ ਹੀ ਚਲੇ ਗਏ ਉੱਥੇ ਦੋ ਪ੍ਰਸ਼ਾਦੇ ਮਿਲ ਕੇ ਲੈ ਲਏ, ਇਹ ਨਿਰੀਛਾ ਹੋ ਗਈ। ਇਸ ਤਰ੍ਹਾਂ ਕਹਿੰਦੇ ਜੀ ਕਹਿੰਦੇ ਚੱਲ ਇਹਦਾ ਨਾਮ ਇੱਛਾ, ਇਹਦਾ ਨਾਮ ਸੁਭਾਵਕ ਆ। ਅਤੇ ਬੈਠ ਕਰਕੇ ਕਿਹੋ ਜਿਹਾ ਕਰਤੱਵ ਕਰੇ, ਵਾਰ ਵਾਰ ਬੇਸੁਖੋ ਨਿਹਾਲ। ਵਾਰ ਵਾਰ ਸੰਸਾਰ ਨੂੰ ਜਿਹੜਾ ਵਾਰ ਸੰਸਾਰ ਨੂੰ ਦੇਖੇ ਕਿੱਦਾਂ, ਤ੍ਰਿਣ ਭਾਰ ਵੱਤ, ਕੱਖਾਂ ਦੇ ਭਾਰ ਦੇ ਵਾਂਗ। ਭਾਵ ਰੂੜੀ ਦੇ ਕੱਖਾਂ ਦੀ ਨਿਆਈ ਜਿਹੜਾ ਅਪਵਿੱਤਰ ਦੇਖ ਕੇ ਅਤੇ ਕੀ ਕਰੇ ਤਿਰਸਕਾਰ, ਇਹਦਾ ਤਿਰਸਕਾਰ ਨਿਰਾਦਰ ਕਰੇ, ਤਿਆਗ ਕਰੇ। ਵਾਰ ਵਾਰ ਬਿਸ ਕੋ ਨਿਹਾਰ ਤ੍ਰਿਣ ਭਾਰ ਵੱਤ। ਵਾਰ ਵਾਰ ਮੁੜ ਮੁੜ ਕੇ ਸੰਸਾਰ ਨੂੰ ਜਿਹੜੇ ਰੂੜੀ ਦੇ ਉੱਤੇ ਕੱਖ ਪਏ ਨਾ ਕਿਸੇ ਕੰਮ ਨਹੀਂ, ਉਹ ਕੱਖਾਂ ਦੇ ਭਾਰ ਕਹੀਏ ਪੂਲੇ ਜਾਂ ਭਾਰ ਵਾਂਗੂ ਨਿਹਾਰ ਕਹੀਏ ਵੇਖ ਕੇ, ਕਰੇ ਤਿਰਸਕਾਰ ਸਦਾ ਚਾਰ ਮਾਹੇ ਰਹੇ ਹੈ। ਕਰੇ ਤਿਰਸਕਾਰ, ਇਹਦਾ ਤਿਰਸਕਾਰ ਕਰਦਾ ਰਹੇ, ਤਿਆਗ ਕਰੇ। ਤਿਰਸਕਾਰ ਦਾ ਅਰਥ ਤਿਆਗ ਵੀ ਲਾਉਣਾ ਅਤੇ ਤਿਰਸਕਾਰ ਦਾ ਅਰਥ ਨਿਰਾਦਰ ਵੀ, ਨਿਰਾਦਰ ਕਰੇ ਅਤੇ ਜਾਂ ਵੀ ਤਿਆਗ ਕਰੇ। ਸਦਾ ਹਮੇਸ਼ਾ ਹੀ ਚਾਰ ਮਾਹੇ ਰਹੇ ਹੈ ਅਤੇ ਸਦਾਚਾਰ ਸ੍ਰੇਸ਼ਟਾਚਾਰ, ਸਦਾਚਾਰ ਪਾਠ ਇਕੱਠਾ ਕਰਨਾ। ਸਦਾ ਜਿਹੜਾ ਸ਼ੁਭ ਕਰਤੱਵ, ਸਦਾ ਸੱਚਾ ਸੁੱਚਾ ਆਚਰਣ ਉਹਦੇ ਵਿੱਚ ਲੱਗਾ ਰਹੇ, ਚੰਗੇ ਆਚਰਣ 'ਚ ਲੱਗਾ ਰਹੇ, ਉਹਨੂੰ ਕੋਈ ਉਹ ਬਿਲਕੁਲ ਨਾ ਹੀ ਤਿਆਗੇ। ਸਦਾਚਾਰ ਸਦਾ ਸ੍ਰੇਸ਼ਟਾਚਾਰ ਵਿੱਚ ਲੱਗਾ ਰਹੇ। ਠੀਕ ਹੈ ਜੀ। ਤਨ ਕੇ ਤਿਆਗ ਲਗ ਸ਼ੁਭ ਮਗ ਲਗ ਰਹੇ। ਸਰੀਰ ਦਾ ਜਿਹੜਾ ਅੰਤਿਆ ਸਰੀਰ ਦੇ ਤਿਆਗ ਤੱਕ ਤਾਂ ਅੰਤ ਸਮੇਂ ਤੱਕ, ਭਾਵ ਜਨਮ ਤੋਂ ਲੈ ਕੇ ਮਰਨ ਪਰਯੰਤ ਸ਼ੁਭ ਮਾਰਗ, ਜਿਹੜਾ ਸ਼ੁਭ ਮਾਰਗ, ਚੰਗਾ ਰਸਤਾ, ਸੰਤਾਂ ਦਾ ਰਸਤਾ, ਮਹਾਨ ਰਸਤਾ, ਪਰਮੇਸ਼ਰ ਦਾ ਰਸਤਾ, ਭਾਵ ਭਗਤੀ ਦਾ ਰਸਤਾ, ਉਹਦੇ ਵਿੱਚ ਲੱਗਾ ਰਹੇ। ਸਰੀਰ ਦੇ ਤਿਆਗ ਤੱਕ ਸ੍ਰੇਸ਼ਟ ਕਰਮਾਂ ਵਿੱਚ ਲੱਗਾ ਰਹੇ, ਭਾਵ ਭਗਤੀ ਦੇ ਮਾਰਗ ਵਿੱਚ ਲੱਗਾ ਰਹੇ। ਜੀਵ ਭਾਵ ਕੋ ਸੁਭਾਵ ਬ੍ਰਹਮ ਗਹੇ ਹੈ। ਜੀਵ ਭਾਵ ਕੋ ਦੇਹ ਜੀਵ ਭਾਵ ਸੁਭਾਵ ਬ੍ਰਹਮ ਗਹੇ ਹੈ। ਅਤੇ ਦੇਹ ਨੂੰ ਕਹਿੰਦੇ ਜੀਵ ਭਾਵ ਜਿਹੜਾ ਕਰਕੇ ਨਾ ਮੰਨੇ, ਅਤੇ ਸੁਭਾਵ ਕੀ ਬ੍ਰਹਮ ਗਹੇ ਹੈ, ਬ੍ਰਹਮ ਨੂੰ ਹੀ ਗ੍ਰਹਿਣ ਕਰਦਾ ਰਹੇ। ਜੀਵ ਨੂੰ ਭਾਵ ਜੀਵ ਭਾਵ ਨੂੰ ਤਿਆਗ ਕੇ ਅਤੇ ਜਿਹੜਾ ਸੁਭਾਵ ਸ੍ਰੇਸ਼ਟ ਭਾਵਨਾ ਨਾਲ ਬ੍ਰਹਮ ਨੂੰ ਗਹਿ ਕੇ ਗ੍ਰਹਿਣ ਕਰੇ, ਭਾਵ ਬ੍ਰਹਮ ਦੀ ਅੰਸ਼ ਕਰਕੇ ਮੰਨਦਾ ਰਹੇ। ਜੀਵ ਭਾਵ ਦਾ ਨਾਸ਼ ਕਰਕੇ ਬ੍ਰਹਮ ਸੁਭਾਵ ਨੂੰ ਧਾਰਨ ਕਰੇ ਅਤੇ ਆਪਣੇ ਆਪ ਨੂੰ ਜੀਵ ਨਾ ਮੰਨੇ, ਬ੍ਰਹਮ ਸਰੂਪ ਕਰਕੇ ਜਾਣੇ। ਇਹ ਤੇ ਕਹਿ ਰਹੇ ਆ ਜਦੋਂ ਬ੍ਰਹਮ ਭਾਵ ਨੂੰ ਪ੍ਰਾਪਤ ਹੋਇਆ ਅਤੇ ਫਿਰ ਸ੍ਰੇਸ਼ਟਾਚਾਰ ਕਰਕੇ ਵੀ ਮੈਂ ਕੀ ਕਰਨਾ, ਕਿਉਂਕਿ
ਜਦ ਬ੍ਰਹਮ ਭਾਵ ਨੂੰ ਪ੍ਰਾਪਤ ਹੋ ਗਿਆ, ਫਿਰ ਸ੍ਰੇਸ਼ਟ ਕਰਮ ਕਰਨ ਦੀ ਕੀ ਲੋੜ ਆ, ਸ੍ਰੇਸ਼ਟ ਆਚਰਨ ਦੀ ਕੀ ਲੋੜ ਆ। ਅਤੇ ਉਹ ਗੁਰਬਾਣੀ ਪ੍ਰਮਾਣ ਦਾ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਤੋਂ ਕੁਝ ਬੁਰਾ ਕੁਝ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਹਨਾਂ ਦਾ ਉਪਕਾਰ ਪਰਉਪਕਾਰ ਦੇ ਵਿੱਚ ਹੀ ਜਿਹੜਾ ਹੈ ਉਤਸ਼ਾਹ ਰਹਿੰਦਾ ਹੈ। ਜੋ ਕਰ ਤਪ ਕਰਨੇ ਯੋਗ ਉਹ ਕਰੇ, ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਰਹਿੰਦੇ ਹੈ। ਠੀਕ ਹੈ ਜੀ। ਇੱਥੇ ਇਹ ਕਹਿ ਰਹੇ ਆ, ਇਹਨਾਂ ਦੇ ਪਾਠਾਂ ਦੀ ਇੱਕ ਬੜੀ ਸੋਧ ਸੁਧਾਈ ਕਰਨ ਵਾਲੀ, ਜਿਸ ਕਰਕੇ ਦੇਹ ਜੀਵ ਭਾਵ ਕੋ ਸੁਭਾਵ ਬ੍ਰਹਮ ਗਹੇ ਹੈ। ਠੀਕ ਹੈ ਜੀ। ਇੱਥੇ ਇੱਦਾਂ ਪਾਠ ਕਰਨਾ ਅਤੇ ਅਰਥ ਇਹ ਕਰਨਾ ਵੀ ਜਿਹੜਾ ਦੇਹ ਆ, ਦੇਹ ਵਿੱਚ ਜੀਵ ਭਾਵ ਆ ਵੀ ਮੈਂ ਜੀਵ ਹਾਂ, ਇਹਨੂੰ ਨਾ ਰੱਖੇ, ਇਸ ਭਾਵ ਨੂੰ ਨਾ ਰੱਖੇ, ਸਗੋਂ ਸੁਭਾਵ ਕਿ ਬ੍ਰਹਮ ਭਾਵ ਨੂੰ, ਸੋ ਭਾਵ ਜਿਹੜਾ ਸ੍ਰੇਸ਼ਟ ਭਾਵ ਬ੍ਰਹਮ ਭਾਵ, ਉਸ ਨੂੰ ਕਹਿ ਕੇ ਗ੍ਰਹਿਣ ਕਰੇ, ਉਹਨੂੰ ਗ੍ਰਹਿਣ ਕਰਦਾ ਰਹੇ, ਉਸ ਵਿੱਚ ਲੱਗਾ ਰਹੇ। ਭਾਵ ਕੀ ਆ ਵੀ ਜੀਵ ਭਾਵ ਦਾ ਨਾਸ਼ ਕਰਕੇ ਬ੍ਰਹਮ ਸੁਭਾਵ ਨੂੰ ਧਾਰਨ ਕਰੇ, ਗ੍ਰਹਿਣ ਕਰੇ ਅਤੇ ਆਪਣੇ ਆਪ ਨੂੰ ਜੀਵ ਨਾ ਮੰਨੇ, ਬ੍ਰਹਮ ਸਰੂਪ ਕਰਕੇ ਇਹ ਨਾ ਜਾਣੇ ਮੈਂ ਜੀਵ ਹਾਂ, ਬ੍ਰਹਮ ਕੋਈ ਹੋਰ ਹੈ, ਨਹੀਂ ਸਮਝੇ ਵੀ ਬ੍ਰਹਮ ਭਾਵ ਰੱਖੇ ਕਿ ਮੈਂ ਹੀ ਉਸ ਪਰਮੇਸ਼ਰ ਦੀ ਅੰਸ਼, ਕਹੋ ਕਬੀਰੇ ਰਾਮ ਕੀ ਅੰਸ਼, ਬ੍ਰਹਮ ਦੀ ਅੰਸ਼ ਕਰਕੇ ਮੰਨਦਾ ਰਹੇ। ਸਗੋਂ ਆਪਣੇ ਆਪ ਨੂੰ ਦੇਹ ਨੂੰ ਜੀਵ ਕਰਕੇ ਨਾ ਮੰਨੇ ਕਿ ਮੇਰੇ ਜਿਹੜੀ ਦੇਹ ਇਹੀ ਜੀਵ ਹੈ, ਨਹੀਂ, ਜੀਵ ਵੱਖਰਾ ਹੈ, ਜੀਵ ਆਤਮਾ ਵੱਖਰਾ। ਉਹ ਜੀਵ ਆਤਮਾ ਨੂੰ ਬ੍ਰਹਮ ਭਾਵ ਕਰਕੇ ਧਾਰਨ ਕਰੇ। ਐਸੀ ਦੇਵ ਸੰਪਦਾ ਨਾ ਲਹੇ ਦੇਵ ਦਇਆ ਬਿਨ ਈਸ, ਐਸੀ ਦੇਵ ਸੰਪਦਾ ਨਾ ਲਹੇ ਦੇਵ ਦਇਆ ਬਿਨ ਈਸ, ਐਸੀ ਦੇਵੀ ਸੰਪਦਾ ਨਾ ਲਹੇ ਦੇਵ ਦਇਆ ਬਿਨ ਈਸ, ਕਿਰਪਾ ਤੇ ਅਨੀਸ ਨਿਜ ਰੂਪ ਲਹੇ ਹੈ। ਐਸੀ ਦੈਵੀ ਸੰਪਦਾ, ਐਸੀ ਇਸ ਤਰ੍ਹਾਂ ਦੀ ਜਿਹੜੀ ਦੈਵੀ ਸੰਪਦਾ, ਸ਼ੁਭ ਗੁਣ ਆ, ਸਤ ਸੰਤੋਖ ਦਇਆ ਧਰਮ ਆ, ਉਹਨਾਂ ਨੂੰ ਕਹਿੰਦੇ ਦੈਵੀ ਸੰਪਦਾ ਨਾ ਲਹੇ, ਨਹੀਂ ਲਹਿ ਕੇ ਪ੍ਰਾਪਤ ਕਰ ਸਕਦਾ ਦੇਵ ਦਇਆ ਬਿਨ, ਦੇਵ ਭਾਵ ਪਰਮੇਸ਼ਰ ਦੀ ਦਇਆ ਤੋਂ ਬਿਨਾਂ। ਈਸ ਕਿਰਪਾ ਦੇ, ਈਸ਼ਵਰ ਦੀ ਕਿਰਪਾ ਦੇ ਨਾਲ ਹੀ, ਤੇਰਾ ਕਹੀਏ ਈਸ਼ਵਰ ਦੀ ਕਿਰਪਾ ਦੇ ਤੇ ਕਹੀਏ ਕਰਕੇ ਜਾਂ ਨਾਲ, ਈਸ਼ਵਰ ਦੀ ਕਿਰਪਾ ਦੇ ਨਾਲ ਹੀ ਅਨੀਸ਼, ਜੋ ਈਸ਼ ਨਹੀਂ ਹੈ ਭਾਵ ਜੀਵ ਨਿਜ ਰੂਪ ਲਹੇ ਹੈ, ਆਪਣੇ ਰੂਪ ਨੂੰ ਲਹੇ ਹੈ ਕਹੀਏ ਜਾਣ ਲੈਂਦਾ, ਲਹੇ ਹੈ ਕਹੀਏ ਪ੍ਰਾਪਤ ਕਰ ਲੈਂਦਾ ਹੈ। ਜੀਵ ਈਸ਼ਵਰ ਦੀ ਕਿਰਪਾ ਨਾਲ ਹੀ ਜੀਵ ਆਪਣੇ ਨਿਜ ਸਰੂਪ ਨੂੰ ਜਾਣ ਲੈਂਦਾ, ਹੋਰ ਕੋਈ ਵੀ ਤਰੀਕਾ ਨਹੀਂ ਆਪਣੇ ਸਰੂਪ ਨੂੰ ਜਾਣਨ ਲਈ। ਇਹ ਜੀਵ ਜੋ ਈਸ਼ ਦੀ ਕਿਰਪਾ ਹੋਵੇ ਪਰਮੇਸ਼ਰ ਦੀ, ਅਤੇ ਗੁਰੂ ਮਿਲਦੇ ਅਤੇ ਗੁਰੂ ਦੀ ਕਿਰਪਾ ਨਾਲ ਆਪਣੇ ਸਰੂਪ ਨੂੰ ਇਹ ਜਾਣ ਲੈਂਦਾ ਹੈ। ਈਸ਼ਵਰ ਦੀ ਕਿਰਪਾ ਬਿਨਾਂ ਪ੍ਰਾਪਤ ਹੁੰਦਾ ਨਹੀਂ ਆ। ਜਿਹੜੀ ਦੈਵੀ ਸੰਪਦਾ ਆ, ਹਾਂਜੀ, ਦੈਵੀ ਸੰਪਦਾ ਦੇ ਗੁਣ ਈਸ਼ਵਰ ਦੀ ਕਿਰਪਾ ਤੋਂ ਪ੍ਰਾਪਤ ਨਹੀਂ ਹੁੰਦੇ, ਅਤੇ ਪਰਮੇਸ਼ਰ ਦੀ ਕਿਰਪਾ ਕਰਕੇ ਹੀ ਜੀਵ ਜੋ ਆ ਜੀਵ ਉਹ ਕਦੀ ਬ੍ਰਹਮ ਸਰੂਪ ਆਪਣੇ ਆਤਮਾ ਨੂੰ ਜਾਣ ਨਹੀਂ ਸਕਦਾ। ਅਤੇ ਇਸ ਕਰਕੇ ਇਹ ਗੁਰੂ ਦੀ ਕਿਰਪਾ ਨਾਲ ਹੀ ਸਾਰੇ ਕਾਰਜ ਹੁੰਦੇ ਆ, ਪਰਮੇਸ਼ਰ ਦੀ ਕਿਰਪਾ ਨਾਲ ਹੀ ਸਾਰੇ ਕਾਰਜ ਹੁੰਦੇ ਹੈ। ਐਸੀ ਦੈਵੀ ਸੰਪਦਾ, ਜਿਹੜੀ ਦੈਵੀ ਸੰਪਦਾ ਸਤ ਸੰਤੋਖ ਦਇਆ ਧਰਮ ਵਿਵੇਕ ਵਿਚਾਰ ਆ ਨਾ, ਇਹ ਸ਼ੁਭ ਗੁਣ ਨਾ ਲਹੇ, ਕਹਿੰਦੇ ਲੈ ਨਹੀਂ ਸਕਦਾ, ਪ੍ਰਾਪਤ ਨਹੀਂ ਕਰ ਸਕਦਾ ਦੇਵ ਦਇਆ ਬਿਨ, ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ। ਦੇਵ ਨਾਮ ਜੋ ਦੇਣ ਵਾਲਾ ਵਾਰਾਂ ਨੂੰ, ਜੋ ਪ੍ਰਕਾਸ਼ ਸਰੂਪ ਪਰਮਾਤਮਾ, ਉਹਦੀ ਕਿਰਪਾ ਤੋਂ ਬਿਨਾਂ। ਈਸ਼ ਕਿਰਪਾ ਤੇ, ਈਸ਼ਵਰ ਪਰਮਾਤਮਾ ਹੀ ਲਾਉਣਾ ਇੱਥੇ ਅਰਥ, ਪਰਮੇਸ਼ਰ ਦੀ ਕਿਰਪਾ ਤੇ ਅਨੀਸ਼, ਜਿਹੜਾ ਅਨੀਸ਼ ਈਸ਼, ਜੋ ਈਸ਼ ਨਹੀਂ ਹੈ ਭਾਵ ਜੀਵ ਆ, ਉਹ ਆਪਣੇ ਨਿਜ ਸਰੂਪ ਨੂੰ ਲਹਿ ਕੇ ਲੈ ਲੈਂਦਾ, ਜਾਣ ਲੈਂਦਾ ਹੈ, ਪ੍ਰਗਟ ਕਰ ਲੈਂਦਾ ਹੈ। ਕਬਿਤ ਸੋਚ ਬਨੋ ਕੋ ਨਿਵਾਸੀ, ਮ੍ਰਿਗੋਂ ਸੰਗ ਖੇਲ ਹਾਸੀ। ਸੰਤਾਂ ਦੀ ਮਹਿਮਾ ਫੇਰ ਕਰ ਲੱਗੇ ਆ। ਸੋਚ ਬਨੋ ਕੋ ਨਿਵਾਸੀ, ਸੋਚ ਨਾ ਪਵਿੱਤਰ ਦਾ, ਪਵਿੱਤਰ ਬਣੋਗੇ ਬਨ, ਜੋ ਪਵਿੱਤਰ ਬਨਾਂ ਦਾ ਨਿਵਾਸੀ ਹੈ, ਭਾਵ ਜੋ ਪਵਿੱਤਰ ਜੰਗਲਾਂ ਵਿੱਚ ਨਿਵਾਸ ਰੱਖਦਾ ਹੈ,
ਮ੍ਰਿਗੋ ਸੰਗ ਖੇਲ ਹਾਸੀ। ਮ੍ਰਿਗੋਂ ਸੰਗ ਜੰਗਲ ਵਿੱਚ ਜਿਹੜੇ ਹਿਰਨ ਆਦਿਕ ਆ ਜਾਨਵਰ ਉਹਨਾਂ ਨਾਲ ਖੇਲਦਾ ਅਤੇ ਹਾਸੀਆਂ ਕਰਦਾ, ਹਾਸਾ ਠੱਠਾ ਮਖੌਲ ਕਰਦਾ ਅਤੇ ਖੇਡਦਾ ਹੈ। ਹਾਂਜੀ, ਮੇਲ ਦਾਸ ਦਾਸੀ ਕੋ ਨਾ ਮੇਦ ਫਾਲਿਆਸੀ ਹੈ। ਅਤੇ ਸਦਾ ਉਹਨਾਂ ਨਾਲ ਮੇਲ ਰੱਖਦਾ, ਜਾਂ ਮੇਲ ਦਾਸ ਦਾਸੀ ਕੋ ਨਾ, ਅਤੇ ਕੋਈ ਦਾਸ ਦਾਸੀਆਂ ਨਾਲ ਮੇਲ ਨਹੀਂ ਰੱਖਦਾ ਹੈ। ਆਪਣੇ ਦਾਸ ਦਾਸੀਆਂ ਨੂੰ ਨਾਲ ਕੋਈ ਮੇਲ ਮੋਲ ਨਹੀਂ ਰੱਖਦਾ ਹੈ। ਅਤੇ ਮੇਦ ਫਲ ਆਸੀ ਹੈ, ਜਿਹੜੇ ਜੰਗਲ ਦੇ ਮੇਦ ਕਈ ਪਵਿੱਤਰ ਫਲ ਆ ਅਤੇ ਉਹਨਾਂ ਨੂੰ ਆਸੀ ਕਹੀਏ ਛਕਦਾ ਹੈ, ਜਾਂ ਜੋ ਪਵਿੱਤਰ ਫਲਾਂ ਜੰਗਲ ਦੇ ਪਵਿੱਤਰ ਫਲਾਂ ਦੇ ਆਸੀ ਹੈ, ਆਸ ਰੱਖਣ ਵਾਲਾ ਹੈ, ਅਤੇ ਉਹਨਾਂ ਨੂੰ ਆਸੀ ਕਹੀਏ ਛਕਦਾ ਹੈ। ਕਭੀ ਪੂਤ ਨਦੀ ਤਟ ਕਭੀ ਸ਼ਮਸ਼ਾਨੇ ਮਠ। ਕਭੀ ਕਹੀਏ ਕਦੇ ਤੇ ਪੂਤ ਕੇ ਪਵਿੱਤਰ ਨਦੀ ਦੇ ਤਟ ਕੇ ਕਿਨਾਰੇ ਉੱਤੇ ਬੈਠਦਾ ਹੈ। ਕਭੀ ਸ਼ਮਸ਼ਾਨੇ ਮਠ, ਅਤੇ ਕਦੀ ਮਸਾਣਾ ਵਿੱਚ ਰਹਿੰਦਾ ਅਤੇ ਕਦੀ ਮੱਠਾਂ ਮਕਾਨਾਂ ਵਿੱਚ ਰਹਿੰਦਾ ਹੈ। ਕਬਹੂ ਪਖਾਨ ਬਾਟ ਤਰੇ ਬਾਸੀ ਹੈ। ਕਦੀ ਤੇ ਪਖਾਨ ਜਿਹੜੇ ਪੱਥਰ ਦੀ ਸਿਲਾ ਉੱਤੇ ਬੈਠ ਜਾਂਦਾ, ਅਤੇ ਕਦੀ ਬਾਟ ਬੋਹੜ ਦੇ ਤਰ ਕਹੀਏ ਬੋਹੜ ਦੇ ਬ੍ਰਿਛ ਦੇ ਥੱਲੇ ਬਾਸੀ ਵੱਸਦਾ ਹੈ, ਜਾਂ ਬੋਹੜ 'ਤੇ ਤਰ ਕੇ ਬੋਹੜ ਅਤੇ ਦਰਖਤਾਂ ਦੇ ਤਰੇ ਕਹੀਏ ਹੇਠਾਂ ਬਾਸੀ ਹੈ ਕਹੀਏ ਵੱਸਦਾ ਹੈ, ਵਾਸਾ ਕਰਦਾ ਹੈ। ਕੇਵਲ ਪ੍ਰਸੰਨ ਮਨ ਤੁਲ ਆਏ ਧਨ ਬਨ। ਕੇਵਲ ਜਿਨ੍ਹਾਂ ਦਾ ਮਨ ਖਾਸ ਕਰਕੇ ਪ੍ਰਸੰਨ ਹੀ ਰਹਿੰਦਾ ਹੈ। ਹਾਂਜੀ, ਅਤੇ ਜੋ ਆਇਤਨ ਨਾਮ ਘਰ ਦਾ ਅਤੇ ਬਨ ਨਾਮ ਜੰਗਲ ਦਾ, ਅਤੇ ਜੋ ਘਰ ਅਤੇ ਬਨ ਕੇ ਜੰਗਲ ਨੂੰ ਤੁਲ ਕਹੀਏ ਇੱਕ ਸਾਰ ਜਾਣਦਾ, ਤੁਲ ਬਰਾਬਰ ਜਾਣਦਾ, ਘਰ ਅਤੇ ਜੰਗਲ ਨੂੰ ਇੱਕ ਸਮਾਨ ਜਾਣਦਾ। ਤਦਪ ਇਕਾਂਤ ਘਨ ਬਾਸੀ ਸੁਖ ਰਾਸੀ। ਤਦਪ ਕਹੀਏ ਫਿਰ ਵੀ ਇਕਾਂਤ ਇਕੱਲਾ ਹੀ, ਘਨ ਕਹੀਏ ਘੋਰ ਭਿਆਨਕ ਸੰਘਣੇ ਜੰਗਲ ਦੇ ਵਿੱਚ ਬਾਸੀ ਕਹੀਏ ਵੱਸਦਾ ਹੈ, ਜੋ ਸੁਖ ਰਾਸੀ ਹੈ, ਸੁੱਖਾਂ ਦੀ ਰਾਸ ਹੈ। ਫਿਰ ਵੀ ਇਕਾਂਤ ਕਹੀਏ ਇਕਾਂਤ ਵਿੱਚ ਹੀ, ਘਨ ਕਹੀਏ ਘੋਰ ਜਿਹੜੀਆਂ ਉਜਾੜ ਜਗ੍ਹਾ ਜਿੱਥੇ ਕੋਈ ਨਹੀਂ ਬੰਦਾ ਹੁੰਦਾ ਉਹਨਾਂ ਵਿੱਚ ਬਾਸੀ ਵੱਸਦਾ ਹੈ, ਅਤੇ ਸੁੱਖ ਰਾਸੀ ਹੈ, ਅਤੇ ਜੋ ਸੁੱਖਾਂ ਦੀ ਰਾਸੀ ਬਣਿਆ ਹੋਇਆ, ਅਤੇ ਜੋ ਸੁੱਖਾਂ ਦੀ ਰਾਸੀ ਉਹਨਾਂ ਘੋਰ ਭਿਆਨਕ ਜੰਗਲਾਂ ਨੂੰ ਸਮਝਦਾ ਹੈ। ਹਾਂਜੀ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਇਸ ਕੇ ਉਪਾਸਕੀ ਪ੍ਰਕਾਸ਼ੀ ਜਾਂ ਵਿਭੂਤ ਤਾਹੇ। ਇਸ ਕੇ ਉਪਾਸਕੀ ਪ੍ਰਕਾਸ਼ੀ ਜਾਂ ਵਿਭੂਤ ਤਾਹੇ। ਕਹਿੰਦੇ ਈਸ਼ਵਰ ਦੇ ਜੋ ਉਪਾਸਕ ਆ, ਉਪਾਸਨਾ ਕਰਨ ਵਾਲਾ ਉਪਾਸੇ ਜਿਹਦੀ ਕਰਨੀ ਹੁੰਦੀ। ਉਪਾਸੀ ਨਾਮ ਉਪਾਸਨਾ ਕਰਨ ਵਾਲਾ। ਈਸ਼ਵਰ ਦੀ ਉਪਾਸਨਾ ਕਰਨ ਵਾਲੇ ਦੀ ਕਹਿੰਦੇ ਜਾਂ ਵਿਭੂਤ, ਇਹ ਵਿਭੂਤੀ ਪ੍ਰਕਾਸ਼ੀ ਗਈ ਪ੍ਰਗਟ ਕੀਤੀ ਦੱਸੀ ਵੀ ਇੱਦਾਂ ਦੇ ਹੁੰਦੇ ਆ। ਹਾਂਜੀ, ਜੋ ਇਹਨਾਂ ਗੁਣਾਂ ਵਾਲਾ ਹੋ ਕੇ ਪ੍ਰਭੂ ਦੇ ਗੁਣ ਗਾਉਂਦਾ ਅਤੇ ਸੁਣਦਾ ਹੈ। ਇਸ ਕੀ ਉਪਾਸਕੀ ਪ੍ਰਕਾਸ਼ੀ ਜਾਂ ਵਿਭੂਤ ਤਾਹੇ। ਈਸ਼ਵਰ ਦੇ ਉਪਾਸਕ ਦੀ ਇਹ ਜਾਂ ਵਿਭੂਤੀ, ਇਹ ਵਿਭੂਤੀ ਪ੍ਰਕਾਸ਼ੀ ਪ੍ਰਗਟ ਕੀਤੀ ਹੈ। ਅਤੇ ਗਾਵੇ ਸੋਹਣੇ ਧਿਆਨ ਨਾਹੀਂ ਭਾਵੇ ਜਮ ਪਾਸੀ ਹੈ। ਕਹਿੰਦੇ ਜੋ ਐਸੇ ਗੁਣਾਂ ਦੇ ਸਹਿਤ ਹੋ ਕੇ ਪ੍ਰਭੂ ਤਾਹੇ ਕਹੀਏ ਉਸ ਪਰਮੇਸ਼ਰ ਦੇ, ਈਸ਼ਵਰ ਦੇ, ਵਾਹਿਗੁਰੂ ਦੇ ਗਾਵੇ ਗੁਣ ਗਾਉਂਦਾ ਹੈ, ਫਿਰ ਸੁਣਦਾ ਹੈ, ਧਿਆਵੇ, ਫਿਰ ਉਹਨੂੰ ਹਿਰਦੇ ਵਿੱਚ ਧਿਆਉਂਦਾ ਹੈ। ਨਾਹੀਂ ਪਾਵੇ ਜਮ ਪਾਸੀ ਹੈ। ਉਹ ਕਹਿੰਦੇ ਨਹੀਂ ਪਾਉਂਦਾ ਜਮ ਦੀ ਪਾਸੀ ਕਹੀਏ ਫਾਹੀ। ਉਹ ਜਮ ਦੀ ਪਾਸੀ ਨਹੀਂ ਪਾਵੇਗਾ, ਜਮ ਦਾ ਪਾਸਾ ਨਹੀਂ ਪਾਵੇਗਾ, ਜਮ ਦੇ ਪਾਸੇ ਨਹੀਂ ਜਾਵੇਗਾ, ਅਤੇ ਪਾਸੀ ਥਾਂ ਪਾਠ ਫਾਸੀ ਵੀ ਹੈ। ਨਹਿ ਪਾਵੇ ਜਮ ਫਾਸੀ, ਉਹ ਜਮ ਦੀ ਫਾਸੀ ਨਹੀਂ ਪਾਉਂਦਾ ਹੈ। ਫਾਸੀ ਦਾ ਅਰਥ ਵੀ ਫਾਸੀ ਹੀ ਹੁੰਦਾ ਵਾ, ਅਤੇ ਫਾਸੀ ਦਾ ਅਰਥ ਫਾਸੀ ਹੁੰਦਾ ਹੀ ਆ। ਅਤੇ ਇਸ ਤਰ੍ਹਾਂ ਫਾਸੀ ਦਾ ਅਰਥ ਆਪਾਂ ਹੀ ਲਾ ਲੈਣਾ ਵੀ ਜਮ ਦਾ ਪਾਸਾ ਨਹੀਂ ਪਾਉਂਦਾ, ਪਰ ਜਮ ਵਾਲੇ ਪਾਸੇ ਨਹੀਂ ਜਾਂਦਾ ਹੈ। ਸਗੋਂ ਉਹ ਜਿਹੜੇ ਪਰਮੇਸ਼ਰ ਦੇ ਸੇਵਕ ਹੋ ਜਾਂਦੇ, ਤੇਰੇ ਸੇਵਕ ਆਪੋ ਕੁਛ ਨਹੀਂ ਜਮ ਨਹੀਂ ਆਵੇ ਨੇੜੇ। ਉਹਦੇ ਨੇੜੇ ਵੀ ਨਹੀਂ ਆਉਂਦੇ। ਨਾ ਹੋ ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਏ ਹਦੂਤ। ਦੋਹਰਾ ਭਰਤ ਸਖਤ ਵਰ ਰਾਗ ਕੋ। ਭਰਤਰੀ ਜੀ ਦਾ ਲਿਖਿਆ ਹੋਇਆ ਵਿਰਾਗ ਸ਼ਬਦ ਦਾ ਜਿਹੜਾ
ਗ੍ਰੰਥ ਆ ਇਸ ਗ੍ਰੰਥ ਦਾ। ਇਤੀ ਕਸ਼ਟਮੋ ਅਧਿਆਏ, ਇਹ ਜਿਹੜਾ ਕਸ਼ਟਮੋ ਛੇਵਾਂ ਅਧਿਆਏ ਆ, ਇਤੀ ਕਹੀਏ ਪੂਰਾ ਹੁੰਦਾ, ਸਮਾਪਤ ਹੁੰਦਾ ਹੈ। ਸੋ ਜਨੋ ਕੇ ਗੁਣ ਗਨ ਬਨੇ, ਸੋ ਜਨੋ ਜਿਹੜੇ ਸ੍ਰੇਸ਼ਟ ਜਨ ਆ, ਇਸ ਵਿੱਚ ਕਹਿੰਦੇ ਸੱਜਣ ਪੁਰਸ਼ ਸੰਤ ਜਨਾਂ ਦੇ ਜਿਹੜੇ ਗੁਣਗਾਨ ਆ, ਜਾਂ ਵੀ ਗਾਣ ਕਹੀਏ ਬਹੁਤੇ ਜਿਹੜੇ ਗੁਣ ਆ ਉਹ ਬਣੇ ਕਹੇ ਆ, ਵਰਣਨ ਕੀਤੇ ਹੈ। ਹਰਦਿਆਲ ਸਿਰ ਨਿਆਏ, ਭਾਸ਼ਾ ਕਰਨ ਵਾਲਾ ਜਿਹੜਾ ਕਵੀ ਪੰਡਤ ਹਰਦਿਆਲ ਜੀ ਆ, ਕਹਿੰਦੇ ਇਸ ਤਰ੍ਹਾਂ ਦੇ ਗੁਣਾਂ ਵਾਲੇ ਸੰਤ ਜਨਾਂ ਦੇ ਚਰਨਾਂ ਉੱਪਰ ਸਿਰ ਨਿਆਏ, ਸਿਰ ਨਿਵਾਉਂਦਾ ਹੈ, ਮੈਂ ਮੱਥਾ ਟੇਕਦਾ। ਹਰਦਿਆਲ ਜੀ ਕਹਿੰਦੇ ਆ ਵੀ ਜਿਨ੍ਹਾਂ ਦੇ ਗੁਣਾਂ ਨੂੰ ਭਰਤਰੀ ਜੀ ਨੇ ਕਿਹਾ ਹੈ, ਐਸੇ ਵਿਰਾਗੀਆਂ ਤਿਆਗੀਆਂ ਮਹਾਂਪੁਰਸ਼ਾਂ ਦੇ, ਸ੍ਰੇਸ਼ਟ ਜਨਾਂ, ਮਹਾਤਮਾ ਵਿਰਾਗੀਆਂ ਸੰਤ ਜਨਾਂ ਦੇ, ਮਹਾਤਮਾ ਜਨਾਂ ਦੇ, ਸੰਤ ਮਹਾਰਾਜਾਂ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ, ਮੈਂ ਸਿਰ ਨਿਵਾਉਂਦਾ। ਹਰਦਿਆਲ ਭਾਸ਼ਾ ਕਰਨ ਵਾਲਾ ਕਵੀ ਪੰਡਤ। ਇਤ ਕਸ਼ਟਮ ਅਧਿਆਏ, ਇਹ ਤੱਕ ਇੱਥੇ ਕਸ਼ਟਮ ਛੇਵਾਂ ਅਧਿਆਏ ਸਮਾਪਤ ਹੁੰਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਉਚਾਰਨ ਦੀ ਸਮਾਪਤੀ ਪਰ ਸਤਵਾਂ ਦੇ ਪ੍ਰਾਰੰਭ ਕਰਾਂਗੇ। ਭਰਤ ਸ਼ਕਤ ਵੈਰਾਗ ਕੋ ਇਤੀ ਕਸ਼ਟਮੋ ਧਿਆਏ, ਸੋ ਜਨੋ ਕੇ ਗੁਣ ਗਨ ਬਨੇ ਹਰਦਿਆਲ ਸਿਰ ਨਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।